जोड़ियां दी। तेरे दरबार विचों, तेरे दरबार विचों धूड़ी लैके जोड़ियां दी। ठोकरां नवाबियां नू हो ठोकरां नवाबियां नू लावे तेरा खालसा। ठोकरां नवाबियां नू लावे तेरा खालसा। जमावने दी। पवे किते लोड़ जे, पवे किते लोड़ जे निशाना जमावने दी। हस हस छाती मूरे, हस हस छाती मूरे दावे तेरा खालसा। हस हस छाती मूरे दावे तेरा खालसा। हस हस छाती मूरे दावे तेरा खालसा। खालसा वाहिगुरु साहिब श्री गुरु ग्रंथ साहिब जी दी पावन पवित्र हजूरी अंदर जुड़ बैठे गुरु सवारे सत्कारजोग खालसा जी ਵੱਡੇ ਭਾਗਾਂ ਵਾਲੇ ਹਾਂ। ਸਤਿਗੁਰੂ ਨੇ ਕਿਰਪਾ ਕੀਤੀ ਹੈ। ਮਹਾਰਾਜ ਦੀ ਕਿਰਪਾ ਸਦਕਾ ਬਾਬਾ ਸੁੰਦਰ ਸਿੰਘ ਸਾਹਿਬ ਜੀ ਦੇ ਪਾਵਨ ਸਥਾਨਾਂ ਤੇ ਆਪਣੇ ਤਨ ਮਨ ਧਨ ਦੀ ਹਾਜ਼ਰੀ ਲਗਵਾਉਣ ਵਾਸਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਚਰਨਾਂ ਵਿੱਚ ਬੈਠੇ ਹਾਂ। ਇੱਕ ਦਫਾ ਗੁਰੂ ਗੋਬਿੰਦ ਸਿੰਘ ਮਹਾਰਾਜ ਭਾਈ ਸਾਹਿਬ ਭਾਈ ਨੰਦ ਲਾਲ ਤੇ ਕੋਈ ਸਿੱਖ ਤੁਰੇ ਜਾ ਰਹੇ ਨੇ। ਰਸਤੇ ਵਿੱਚ ਕਲਗੀਧਰ ਪਾਤਸ਼ਾਹ ਨੇ ਇੱਕ ਚੋਜ ਵਰਤਾਇਆ। ਇੱਕ ਪੱਥਰ ਫੜ ਕੇ ਤੇ ਨਾਲ ਵਹਿੰਦੇ ਹੋਏ ਪਾਣੀ ਵਿੱਚ ਸੁੱਟ ਕੇ ਸਿੱਖਾਂ ਨੂੰ ਇੱਕ ਸਵਾਲ ਕੀਤਾ, ਸਿੱਖੋ ਇਹ ਪੱਥਰ ਪਾਣੀ ਵਿੱਚ ਕਿਉਂ ਡੁੱਬਾ? ਸਿੱਖਾਂ ਨੇ ਆਖਿਆ ਮਹਾਰਾਜ ਪੱਥਰ ਭਾਰਾ ਹੈ ਤੇ ਪਾਣੀ ਹਲਕਾ ਹੈ। ਪਾਣੀ ਦਾ ਸੁਭਾਅ ਭਾਰੀ ਚੀਜ਼ ਨੂੰ ਆਪਣੇ ਵਿੱਚ ਡੁਬੋ ਲੈਂਦਾ ਹੈ। ਗ੍ਰੈਵਿਟੀ ਦੇ ਕਾਰਨ ਡੁੱਬ ਗਿਆ, ਕੋਈ ਦੋ ਰਹਿ ਨਹੀਂ। ਦਸਮੇਸ਼ ਪਾਤਸ਼ਾਹ ਨੇ 3 ਵਾਰ ਚੋਜ ਵਰਤਾਇਆ। 3 ਵਾਰ ਸਿੱਖਾਂ ਨੂੰ ਇੱਕੋ ਹੀ ਸਵਾਲ ਕੀਤਾ ਤੇ 3 ਵਾਰ ਸਿੱਖਾਂ ਦਾ ਇੱਕੋ ਹੀ ਜਵਾਬ ਆਇਆ, ਮਹਾਰਾਜ ਪੱਥਰ ਭਾਰਾ ਪਾਣੀ ਵਿੱਚ ਡੁੱਬ ਗਿਆ। ਚੌਥੀ ਵਾਰ ਕਲਗੀਧਰ ਪਾਤਸ਼ਾਹ ਨੇ ਪੱਥਰ ਪਾਣੀ ਵਿੱਚ ਸੁੱਟ ਕੇ ਤੇ ਭਾਈ ਸਾਹਿਬ ਭਾਈ ਨੰਦ ਲਾਲ ਜੀ ਨੂੰ ਸਵਾਲ ਕੀਤਾ। ਕਹਿਣ ਲੱਗੇ ਭਾਈ ਸਾਹਿਬ ਭਾਈ ਨੰਦ ਲਾਲ ਜੀ ਤੁਸੀਂ ਇਹ ਦੱਸੋ ਕਿ ਪੱਥਰ ਪਾਣੀ ਵਿੱਚ ਕਿਉਂ ਡੁੱਬਾ? ਤੇ ਭਾਈ ਸਾਹਿਬ ਭਾਈ ਨੰਦ ਲਾਲ ਜੀ ਨੇ ਹੱਥ ਜੋੜ ਲਏ, ਨੇਤਰਾਂ ਵਿੱਚੋਂ ਮੋਤੀ ਆ ਗਏ। ਰਸਨਾ ਤੇ ਤਰਲਾ ਜਾ ਲੈ ਕੇ ਆਖਿਆ ਦੀਨ ਦੁਨੀਆ ਦੇ ਵਾਲੀ ਨੰਦ ਲਾਲ ਨੇ ਨਾ ਤੇ ਪੱਥਰ ਵੇਖਿਆ ਤੇ ਨਾ ਪਾਣੀ। ਮਹਾਰਾਜ ਕਹਿੰਦੇ ਫਿਰ ਨੰਦ ਲਾਲ ਨੇ ਕੀ ਵੇਖਿਆ? ਤੇ ਭਾਈ ਸਾਹਿਬ ਭਾਈ ਨੰਦ ਲਾਲ ਜੀ ਨੇ ਹੱਥ ਜੋੜ ਕੇ ਆਖਿਆ ਮਹਾਰਾਜ ਨੰਦ ਲਾਲ ਨੇ ਤੇ ਇਹੋ ਹੀ ਵੇਖਿਆ ਜਿਹੜਾ ਦਸਮ ਪਾਤਸ਼ਾਹ ਦੇ ਹੱਥ ਵਿੱਚੋਂ ਛੁੱਟ ਗਿਆ ਉਹ ਅੱਜ ਵੀ ਡੁੱਬਾ ਤੇ ਉਹ ਕੱਲ ਵੀ ਡੁੱਬਾ। ਤਾਈਓ ਤੇ ਭਾਈ ਸਾਹਿਬ ਭਾਈ ਨੰਦ ਲਾਲ ਜੀ ਕਹਿੰਦੇ ਬੇਕਸਾਰਾ ਯਾਰ ਗੁਰ ਗੋਬਿੰਦ ਸਿੰਘ ਜਿਹਦਾ ਕੋਈ ਹਮਸਾਇਆ ਨਹੀਂ, ਕੋਈ ਹਮਦਰਦੀ ਨਹੀਂ, ਜਿਹਦੀ ਬਾਹ ਫੜਨ ਵਾਲਾ ਕੋਈ ਨਹੀਂ, ਉਹਦੀ ਬਾਹ ਫੜਨ ਵਾਲੇ ਵਾਹਿਦ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ, ਜਿਨ੍ਹਾਂ ਦੇ ਅਸੀਂ ਨਾਦੀ ਧੀਆਂ ਪੁੱਤਰ ਜੁੜ ਬੈਠੇ ਆ। ਔਲਾਦ ਦੋ ਤਰ੍ਹਾਂ ਦੀ ਹੁੰਦੀ ਹੈ, ਤੁਸੀਂ ਪੜ੍ਹੇ ਲਿਖੇ ਬੈਠੇ ਹੋ। ਇੱਕ ਔਲਾਦ ਉਹ ਹੁੰਦੀ ਜਿਹੜੀ ਮਾਂ-ਬਾਪ ਦੇ ਸਹਿਯੋਗ ਸਦਕਾ ਪੈਦਾ ਹੋਵੇ, ਜਿਹਨੂੰ ਬਿੰਦੀ ਔਲਾਦ ਕਹਿੰਦੇ ਨੇ। ਔਰ ਇੱਕ ਔਲਾਦ ਉਹ ਹੁੰਦੀ ਹੈ ਜਿਹੜੀ ਕਿਸੇ ਦਾ ਅਨੰਤ ਨਾਦ ਸੁਣ ਕੇ ਕਿਸੇ ਦੇ ਧਰਮ ਨੂੰ ਐਕਸੈਪਟ ਕਰਦੀ ਹੈ, ਕਿਸੇ ਦੇ ਧਰਮ 'ਚ ਦਾਖਲ ਹੋ ਜਾਂਦੀ, ਉਹਨੂੰ ਨਾਦੀ ਔਲਾਦ ਕਹਿੰਦੇ ਨੇ। ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਦੀ ਪੁੱਤਰ ਧੀਆਂ ਹਾਂ। ਆਓ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਜੀਵਨ ਚੋਂ ਕੋਈ ਲਸਾਨੀ ਔਰ ਅਲੌਕਿਕ ਪੰਨਾ ਆਪ ਜੀ ਦੇ ਸਾਹਮਣੇ ਰਹਿੰਦੇ ਸਮੇਂ ਵਿੱਚ
ਲਗਭਗ ਮੇਰੇ ਕੋਲ 53-54 ਮਿੰਟ ਦਾ ਸਮਾਂ ਬਚਿਆ, ਮੈਂ ਉਹਦੇ ਵਿੱਚ ਕਹਿ ਸਕਾਂ ਸਤਿਗੁਰੂ ਜੀ ਨੂੰ ਬੜੇ ਅਦਬ ਸਤਿਕਾਰ ਸਹਿ ਸੀ ਝੁਕਾਈਏ, ਪਿਆਰ ਸਤਿਕਾਰ ਨਾਲ ਫਤਿਹ ਦੀ ਸਾਂਝ ਪਾਈਏ। ਤੇ ਮੈਂ ਇੱਕ ਬੇਨਤੀ ਕਰਾਂ, ਜਦੋਂ ਅਸੀਂ ਫਤਿਹ ਬੁਲਾਉਣੀ ਤੇ ਮਤਾ ਹੈ ਮਹਿਸੂਸ ਕਰਿਓ ਫਤਿਹ ਨਾ ਮੇਰੀ ਹੈ ਤੇ ਨਾ ਤੁਹਾਡੀ ਹੈ, ਫਤਿਹ ਸਾਡੀ ਨਹੀਂ। ਇੱਕ ਅੰਗਰੇਜ਼ ਰਾਈਟਰ ਕਹਿੰਦਾ ਦਾ ਵਿਕਟਰੀ ਦੈਟ ਆਫ ਦੀ ਗॉड, ਗॉड ਇਜ਼ ਇਮੋਰਟਲ, ਫਤਿਹ ਅਕਾਲਪੁਰ ਪਰਮਾਤਮਾ ਦੀ ਹੈ ਜੋ ਸਦੀਵੀ ਕਾਲ ਲਈ ਅਮਰ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਨੂੰ ਬੜੇ ਅਦਬ ਸਤਿਕਾਰ ਸਹਿ ਸੀ ਝੁਕਾਓ, ਪਿਆਰ ਸਤਿਕਾਰ ਨਾਲ ਦੋਨੋਂ ਹੱਥ ਜੋੜ ਕੇ ਫਤਿਹ ਦੀ ਸਾਂਝ ਪਾਓ ਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ ਰੋਮ ਰੋਮ ਕਰਕੇ ਤਹਿ ਦਿਲੋਂ ਧੰਨਵਾਦ ਕਰਦਾ, ਜਿਨ੍ਹਾਂ ਨੇ ਪਾਰ ਬਖਸ਼ਿਸ਼ ਕੀਤੀ 84 ਲੱਖ ਜੂਨ ਦੇ ਵਿੱਚੋਂ ਸਰਵੋਤਮ ਜੂਨ ਮਨੁੱਖ ਦੀ ਬਖਸ਼ਿਸ਼ ਕਰਕੇ ਆਪਣੇ ਦਰ ਕਰਦਾ ਢਾਡੀ ਹੋਣ ਦਾ ਮਾਣ ਦੇ ਕੇ ਸਿੱਖ ਸੰਗਤਾਂ ਦੇ ਜੋੜੇ ਝਾੜਨ ਵਾਸਤੇ ਇੱਥੇ ਸਤਿਗੁਰੂ ਨੇ ਕਿਰਪਾ ਕੀਤੀ ਹੈ। ਧੰਨਵਾਦ ਕਰਦਾ ਸਤਿਕਾਰਯੋਗ ਭਾਈ ਸਾਹਿਬ ਭਾਈ ਮੱਸਾ ਸਿੰਘ ਜੀ, ਜਿਹੜੇ ਇਸ ਵੇਲੇ ਆਪ ਆਸਟ੍ਰੇਲੀਆ ਦੀ ਧਰਤੀ ਤੇ ਹਨ ਔਰ ਉਤੋਂ ਉਹਨਾਂ ਨੇ ਤੁਹਾਡਾ ਹੁਕਮ ਭਾਈ ਮੇਜਰ ਸਿੰਘ ਜੀ ਦੇ ਜ਼ਰੀਏ ਸਾਡੇ ਤੱਕ ਇੱਕ ਮੋਬਾਈਲ ਦੇ ਜ਼ਰੀਏ ਪਹੁੰਚਾਇਆ। ਤਹਿ ਦਿਲੋਂ ਧੰਨਵਾਦ ਕਰਦਾ। ਮੇਰਾ ਇੱਕ ਨਿੱਜੀ ਸੁਭਾਅ ਜਾਂ ਤੇ ਮੈਂ ਅਰਦਾਸੇ ਰਮਤਾ ਦੇ ਜਾਂ ਖੀਰ ਤੇ ਕਰਦਾ, ਇਤਿਹਾਸ ਦੇ ਵਿੱਚ ਚੱਲਦਿਆਂ ਅਰਦਾਸੇ ਨਹੀਂ ਗੁਸਤਾਖੀ ਮਾਫ। ਇਤਿਹਾਸ ਦਾ ਮਾਣ ਕਰਦੇ ਹੋਏ ਭਾਈ ਸਾਹਿਬ ਭਾਈ ਜਗਰੂਪ ਸਿੰਘ ਜੀ ਕੈਨੇਡਾ ਵਾਲੇ, ਉਹਨਾਂ ਦੇ ਪਰਿਵਾਰ ਵੱਲੋਂ 500 ਰੁਪਇਆ ਢਾਡੀ ਕਲਾ ਦਾ ਸਤਿਕਾਰ ਕੀਤਾ ਗਿਆ ਹੈ। ਬੜੀ ਔਖੀ ਹੈ ਵਿਦੇਸ਼ਾਂ ਦੀ ਧਰਤੀ ਤੇ ਕਮਾਈ ਕਰਨੀ। ਕਈ ਵਾਰ ਸਾਨੂੰ ਜਾਪਦਾ ਵੀ ਜਿਹੜਾ ਬੰਦਾ ਬਾਹਰ ਚਲਾ ਗਿਆ ਸ਼ਾਇਦ ਰੁੱਖਾਂ ਨਾਲ ਨੋਟ ਲੱਗੇ ਨੇ, ਪਰ ਬੜਾ ਔਖਾ ਹੈ। ਜਿਨ੍ਹਾਂ ਦੇ ਪੁੱਤਰ ਧੀਆਂ ਵਿਦੇਸ਼ਾਂ ਦੀ ਧਰਤੀ ਨੇ ਉਹਨਾਂ ਨੂੰ ਪਤਾ ਹੈ। ਮੈਂ ਅਰਦਾਸ ਕਰਦਾ ਵਾਹਿਗੁਰੂ ਕਿਰਪਾ ਕਰੇ, ਵੀਰ ਨੂੰ ਤੰਦਰੁਸਤੀ ਦੇ, ਰੋਗਤਾ ਬਲ ਬਖਸ਼ਿਸ਼ ਕਰੇ। ਲੈਫਟੀਨੈਂਟ ਸਰਦਾਰ ਅਰਸ਼ਪ੍ਰੀਤ ਸਿੰਘ ਜੀ ਭੰਗੂ, ਉਹਨਾਂ ਦੇ ਨਾਮ ਤੇ ਉਹਨਾਂ ਦੇ ਪਰਿਵਾਰ ਵੱਲੋਂ 100 ਰੁਪਏ ਭੇਜਿਆ ਗਿਆ ਹੈ। ਮੈਂ ਕਦਰਦਾਨੀ ਦਾ ਤਹਿ ਦਿਲੋਂ ਧੰਨਵਾਦ ਕਰਦਾ ਜੀ। ਬੀਬੀ ਦਰਸ਼ਨ ਕੌਰ ਜੀ ਤੰਦਰੁਸਤੀ ਵਾਸਤੇ ਅਰਦਾਸ ਕਰਾਉਂਦੇ ਨੇ, ਗੁਰੂ ਕਿਰਪਾ ਕਰੇ। ਮੈਂ ਉਹਨਾਂ ਦੀ ਤੰਦਰੁਸਤੀ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦਾ। ਸਮਾਂ ਬੜਾ ਕੀਮਤੀ ਹੈ, ਅਰਦਾਸਿਆਂ ਦੀ ਲਿਸਟ ਬੜੀ ਵੱਡੀ ਹੈ। ਭੈਣ ਵੱਲੋਂ ਤੰਦਰੁਸਤੀ ਦੀ ਅਰਦਾਸ ਵਾਸਤੇ 100 ਰੁਪਏ ਭੇਜਿਆ ਗਿਆ। ਜਗਰੂਪ ਸਿੰਘ ਅਮਰਤਪਾਲ ਸਿੰਘ ਚੜ੍ਹਦੀ ਕਲਾ ਵਾਸਤੇ ਉਹਨਾਂ ਵੱਲੋਂ 200 ਰੁਪਇਆ। ਨਵਦੀਪ ਕੌਰ ਮਨਪ੍ਰੀਤ ਕੌਰ ਚੜ੍ਹਦੀ ਕਲਾ ਵਾਸਤੇ ਔਰ ਵਿਦੇਸ਼ ਵਿੱਚ PR ਹੋ ਜਾਣ, ਉਹਨਾਂ ਵੱਲੋਂ 200 ਰੁਪਇਆ। ਸਵਰਗਵਾਸੀ ਸਰਦਾਰ ਅਜੀਤ ਸਿੰਘ ਜੀ ਸ਼ਾਹ, ਉਹਨਾਂ ਵੱਲੋਂ 100 ਰੁਪਇਆ। ਸਰਦਾਰ ਜੋਗਿੰਦਰ ਸਿੰਘ ਦੀ ਤੰਦਰੁਸਤੀ ਵਾਸਤੇ 200 ਰੁਪਇਆ। ਸਰਦਾਰ ਜੱਸਾ ਸਿੰਘ ਜੀ ਡੇਰੇ ਵਾਲੇ ਤੰਦਰੁਸਤੀ ਲਈ 100 ਰੁਪਇਆ। ਕੈਪਟਨ ਸਰਦਾਰ ਪਲਵਿੰਦਰ ਸਿੰਘ ਜੀ 100 ਰੁਪਇਆ। ਗੁਰਪੰਤ ਸਿੰਘ ਦੀ ਤੰਦਰੁਸਤੀ ਵਾਸਤੇ 100 ਰੁਪਇਆ। ਬੂਟਾ ਸਿੰਘ ਦੀ ਚੜ੍ਹਦੀ ਕਲਾ ਵਾਸਤੇ 100 ਰੁਪਏ ਪਰਿਵਾਰ ਵੱਲੋਂ ਭੇਜਿਆ ਗਿਆ। ਆਓ ਸਮੁੱਚਾ ਅਰਦਾਸਾ ਕਰੀਏ। ਇੱਕ ਵਾਰ ਆਖੋ ਜੀ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਮੈਂ ਰਮਤਾ ਇਤੋਂ ਕਰਨੀ ਚਾਹਣਾ ਕਿ ਸਿੱਖ ਧਰਮ ਦੇ ਬਾਨੀ ਜ਼ਾਹਰ ਪੀਰ ਜਗਤਗੁਰ ਬਾਬਾ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਹੋਏ। ਗੁਰੂ ਨਾਨਕ ਮਹਾਰਾਜ ਦੀ ਪ੍ਰਥਾਏ ਇੱਕ ਸ਼ਬਦ ਪੜਿਆ ਜਾਂਦਾ ਹੈ ਪ੍ਰਕਾਸ਼ ਪੁਰਬ ਤੇ, ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਗੁਰੂ ਨਾਨਕ ਪਾਤਸ਼ਾਹ ਨੇ ਇਸ ਨਿਰਮਲ ਪੰਥ ਦਾ ਆਗਾਜ਼ ਕੀਤਾ ਔਰ ਇਸ ਨਿਰਮਲ ਪੰਥ ਨੂੰ ਵਧਾਉਣ ਵਾਸਤੇ ਗੁਰੂ ਨਾਨਕ ਪਾਤਸ਼ਾਹ ਨੇ ਆਪਣੇ ਜੀਵਨ ਕਾਲ ਵਿੱਚ ਕੋਈ ਟਰੈਵਲ ਕੀਤਾ, ਕੋਈ ਸਫ਼ਰ ਕੀਤਾ, ਜਿਨ੍ਹਾਂ ਨੂੰ ਅਸੀਂ ਉਦਾਸੀਆਂ ਕਹਿੰਦੇ ਹਾਂ। ਗੁਰੂ ਨਾਨਕ ਮਹਾਰਾਜ ਨੇ ਆਪਣੇ ਜੀਵਨ ਕਾਲ ਵਿੱਚ ਜਿਹੜੀ ਪਹਿਲੀ ਉਦਾਸੀ ਕੀਤੀ, ਸੁਲਤਾਨਪੁਰ ਲੋਧੀ ਧਰਤੀ ਤੋਂ 1507 ਈਸਵੀ ਇਹ ਕੱਸੂ ਸੰਗਰਾਂਦ ਵਾਲੇ ਦਿਨ ਗੁਰੂ ਨਾਨਕ ਪਾਤਸ਼ਾਹ ਤੁਰੇ ਤੇ ਨੀਅਰ ਅਬਾਊਟ ਲਗਭਗ 56 ਸ਼ਹਿਰਾਂ ਦਾ ਦੌਰਾ ਕਰਕੇ ਗੁਰੂ ਨਾਨਕ ਪਾਤਸ਼ਾਹ ਸੁਲਤਾਨਪੁਰ ਲੋਧੀ ਧਰਤੀ ਦੇ ਵਾਪਸ ਆਏ। ਗੁਰੂ ਨਾਨਕ ਮਹਾਰਾਜ ਨੇ ਸੁਲਤਾਨਪੁਰ ਲੋਧੀ ਧਰਤੀ ਤੋਂ ਯਾਤਰਾ ਆਰੰਭ ਕੀਤੀ। ਨਗਰਾਂ ਵਿੱਚੋਂ ਹੁੰਦੇ ਹੋਏ ਸਤਿਗੁਰੂ ਪਹੁੰਚੇ ਲਾਹੌਰ। ਲਾਹੌਰ ਤੋਂ ਰਾਏਪੁਰ ਦੀ ਤਲਵੰਡੀ, ਰਾਏਪੁਰ ਦੀ ਤਲਵੰਡੀ ਤੋਂ ਸੈਦਪੁਰ, ਸੈਦਪੁਰ ਤੋਂ ਹਰਦੁਆਰ, ਹਰਦੁਆਰ ਤੋਂ ਅਲਮੋੜਾ, ਅਲਮੋੜੇ ਤੋਂ ਗੋਰਖਮਤਾ, ਗੋਰਖਮਤੇ ਤੋਂ ਅਯੁੱਧਿਆ, ਅਯੁੱਧਿਆ ਤੋਂ ਪ੍ਰਯਾਗ, ਪ੍ਰਯਾਗ ਤੋਂ ਬਨਾਰਸ, ਬਨਾਰਸ ਤੋਂ ਗਿਆ, ਗਿਆ ਤੋਂ ਗੁਹਾਟੀ, ਗੁਹਾਟੀ ਤੋਂ ਮਣੀਪੁਰ ਦੇ ਰਤੇ ਸਿਲਟ, ਸਿਲਟ ਤੋਂ ਢਾਕਾ, ਢਾਕਾ ਤੋਂ ਨਦੀਆਂ, ਨਦੀਆਂ ਤੋਂ ਮੇਦਨੀਪੁਰ ਬੰਗਾਲ ਵਿੱਚ, ਮੇਦਨੀਪੁਰ ਤੋਂ ਪੁਰੀ, ਪੁਰੀ ਤੋਂ ਬੇਜ਼ਵਾੜਾ, ਬੇਜ਼ਵਾੜਾ ਤੋਂ ਗੰਤੂਰ, ਗੰਤੂਰ ਤੋਂ ਕੁੜਾਪਾ, ਕੁੜਾਪਾ ਤੋਂ ਰਮੇਸ਼ਵਰ, ਰਮੇਸ਼ਵਰ ਤੋਂ ਸਿੰਗਲਾਦੀਪ, ਸਿੰਗਲਾਦੀਪ ਤੋਂ ਕੋਚੀਨ, ਕੋਚੀਨ ਤੋਂ ਪਾਲਕਾੜ, ਪਾਲਕਾੜ ਤੋਂ ਨੀਲਗਿਰੀ, ਨੀਲਗਿਰੀ ਤੋਂ ਸ਼੍ਰੀ ਰੰਗਾਪਟਮ, ਸ਼੍ਰੀ ਰੰਗਾਪਟਮ ਤੋਂ ਮਲਕ ਰਾਜਨ ਮੰਦਰ, ਮਲਕ ਰਾਜਨ ਮੰਦਰ ਤੋਂ ਪਾਂਦਰਪੁਰ, ਪਾਂਦਰਪੁਰ ਤੋਂ ਬਾਰਸੀ, ਬਾਰਸੀ ਤੋਂ ਪੂਨਾ, ਪੂਨਾ ਤੋਂ ਨਾਸਿਕ, ਨਾਸਿਕ ਤੋਂ ਔਰੰਗਾਬਾਦ, ਔਰੰਗਾਬਾਦ ਤੋਂ ਓਮਕਾਰ ਮੰਦਰ, ਓਮਕਾਰ ਮੰਦਰ ਤੋਂ ਉਜੈਨ, ਉਜੈਨ ਤੋਂ ਬੜੌਦਾ, ਬੜੌਦਾ ਤੋਂ ਭਾਵਨਗਰ, ਭਾਵਨਗਰ ਤੋਂ ਪਾਲੀਟਾਣਾ, ਪਾਲੀਟਾਣਾ ਤੋਂ ਸੋਮਨਾਥ, ਸੋਮਨਾਥ ਤੋਂ ਦੁਆਰਕਾ, ਦੁਆਰਕਾ ਤੋਂ ਓਖਾ ਬੰਦਰ, ਓਖਾ ਬੰਦਰ ਤੋਂ ਮਾਂਡਵੀ ਬੰਦਰ, ਮਾਂਡਵੀ ਬੰਦਰ ਤੋਂ ਪੁੱਜ, ਪੁੱਜ ਤੋਂ ਅੰਜਾਰ, ਅੰਜਾਰ ਤੋਂ ਬੀਸਨਗਰ, ਬੀਸਨਗਰ ਤੋਂ ਆਬੂ, ਆਬੂ ਤੋਂ ਨਾਥ ਦੁਆਰਾ, ਨਾਥ ਦੁਆਰੇ ਤੋਂ ਚਤੌੜ, ਚਤੌੜ ਤੋਂ ਜਮੇਰ, ਜਮੇਰ ਤੋਂ ਪੁਸ਼ਕਰ, ਪੁਸ਼ਕਰ ਤੋਂ ਮਥੁਰਾ, ਮਥੁਰੇ ਤੋਂ ਦਿੱਲੀ, ਦਿੱਲੀ ਤੋਂ ਪਾਣੀਪਤ, ਪਾਣੀਪਤ ਤੋਂ ਭਿਉਆ, ਭਿਉਏ ਤੋਂ ਸਰਸਾ ਅਤੇ ਸਰਸੇ ਤੋਂ ਸੁਲਤਾਨਪੁਰ ਲੋਧੀ ਗੁਰੂ ਨਾਨਕ ਮਹਾਰਾਜ ਆਏ। ਹੁਣ ਮਨ ਵਿੱਚ ਸਵਾਲ ਪੈਦਾ ਹੋ ਗਏ ਹੋਣਗੇ
ਕਿ ਗੁਰੂ ਨਾਨਕ ਪਾਤਸ਼ਾਹ ਨੇ ਸਫ਼ਰ ਵਿੱਚ ਕੀ ਕੀਤਾ ਅਤੇ ਭਾਈ ਸਾਹਿਬ ਨੇ ਤਾਂ ਰੈਫਰੈਂਸ ਨਹੀਂ ਦਿੱਤਾ ਕਿੱਥੋਂ ਪੜ੍ਹੇ ਨੇ। ਪਹਿਲੀ ਮੈਂ ਬੇਨਤੀ ਕਰ ਦਵਾਂ, ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤ ਚਲਾਈ। ਔਰ ਆਖਰੀ ਪੰਕਤੀ ਵਿੱਚ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਚੜਿਆ ਸੋਧਣ ਧਰਤ ਲੁਕਾਈ। ਡੁੱਬੀ ਹੋਈ ਮਨੁੱਖਤਾ ਦਾ ਭਲਾ ਕਰਨ ਵਾਸਤੇ ਗੁਰੂ ਨਾਨਕ ਪਾਤਸ਼ਾਹ ਸਫ਼ਰ ਦੇ ਵਿੱਚ ਗਏ। ਔਰ ਜੇ ਕਿਸੇ ਨੂੰ ਇਹਦਾ ਰੈਫਰੈਂਸ ਚਾਹੀਦਾ ਹੋਵੇ 2:20 ਤੇ ਮੈਂ ਸਮਾਪਤੀ ਕਰਨੀ ਹੈ, ਸਟੇਜ ਤੋਂ ਉਤਰ ਜਾ ਮੇਰੇ ਕੋਲੋਂ ਲੈ ਲੈਣਾ। ਇਹ ਨਿਰਮਲ ਪੰਥ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਨਿਆਰਾ ਪੰਥ ਬਣਾ ਦਿੱਤਾ ਤੇ ਪਾਤਸ਼ਾਹ ਨੇ ਆਖਿਆ ਜਬ ਲਗ ਖਾਲਸਾ ਰਹੇ ਨਿਆਰਾ तब लग तेज दियो में सारा जाबे गह विपरण की रीत मैं ना करो इनकी प्रतीत। गुरु गोबिंद सिंह महाराज ने खालसा पंथ साजिया ते वक्त दियां सरकारां नूं चुभिया, जेड़ा अज भी चुभदा है, अज भी बड़ा चुभदा है। तुहाडे चेहरे ते दाड़ा, तुहाडे सीध दे उत्ते सुंदर दस्तार, तुहाडे गातर विच पई होई श्री साहब, ये अज भी सरकार दी अखां विच बड़ी रड़कदी है। अज ही नहीं रड़कदी, उदों भी रड़कदी सी। शायद बाबर के ते बाबे के पता नहीं कदों तक चलदे जाण, इस गल दा मेरे कोल जवाब नहीं। पर जे तां हमेशा बाबे क्या दी हुंदी रही है और बाबर के हमेशा हारदे रहे ने, चाहे वो शब्दां दी जंग सी चाहे वो तलवारां दी जंग सी। बाई धार दे अकिरत कण राजा नूं खालसा पंथ चुभिया। अज भी कई बार असीं शब्द वरतदे कहने आ कि साडी कौम नूं खतरा पै गया, साडे पंथ नूं खतरा पै गया कि दूसरियां कम्यूनिटियां ने एडे वड्डे वड्डे इकट्ठ कर लै और साडी कौम खत्म होने के किनारे चली गई। मैं एक बेनती करां सिंघो, धर्म कदी खत्म नहीं जे हुंदे। कदी लोग जिन्हां दे विच धर्म है, धर्मी बंदे कदी मरदे नहीं दुनिया उत्ते, वो सदा पूजे जाते हैं और सदा अमर अटल रहिंदे ने। अज यतन हो रहा है सिख पंथ नूं ढावां लाउण दा, ढाल लाउण दा यतन बड़ा कीता जा रहा है, पर कौम कदी खत्म नहीं होने वाली। सिंघो ये ते उदों खत्म नहीं हुई जदों 50,000 की गिणती विचों 35,000 इक्के दिन शहीद हो गया ते साडे सिंह नेज़े उच्चे करके कहंदे सी अब्दाली तैनूं काबल पहुंचण तों पहिलां असीं जुत्ती जरूर फेरनी है। अब्दाली भी तिल मिला उठिया सी कि इन्हां दे अंदर की भरिया गुरु गोबिंद सिंह महाराज ने, जिन्हां दा 35,000 मारिया गया ते अजे भी चढ़दी कला विच ने। बड़ा कुछ रौला पाया जाता है सोशल मीडिया उत्ते, इन्ने लोग उधर दूसरे धर्म में चले गए। मैं एक बेनती करा सिखो, धर्म कदी ये नहीं हुंदा जे सियाल आ गया ते मूंगफली दी रेहड़ी ला लई, गर्मियां आ गईयां ते कुल्फियां बेचण लग पए। धर्म इहनूं नहीं कहा जाता। धर्म की डेफिनेशन की है, धर्म की परिभाषा की है। जे मैं उधर चला गया तो मेरा सारा समा उधर निकल जाएगा। मैं यतन करांगा नाल नाल तुहानूं इस पासे तो सुचेत कर लई कि कौम कदी मरदी नहीं। सिखो एक बदकिस्मती जरूर है भी मेरी कौम को इतिहास पढ़ने का समा नहीं। मैं सच कह रहा है मेरी कौम को इतिहास पढ़ने का समा नहीं, पर इस गलों मैं खुश भी हाँ कि मेरी कौम को इतिहास सुनने का समा जरूर है। एडे वड्डे वड्डे समागम करा के, वड्डे वड्डे जोड़ मेले करा के अब मेरी कौम अपना इतिहास सुनती है। सिखो असी अपना इतिहास नहीं पढ़िया, पर गोरियां साडा इतिहास पढ़िया। जदों गोरियां ने इतिहास पढ़िया ना ते सन 1881 दे विच उन्हें एक अखबार कढ़िया फ्रांसिस दे विच, उन्हें आख्या ये पता कीता जावे कि दुनिया का महान जेतू जरनैल कौन है। फिर नियर अबाउट 2012 दे विच आस्ट्रेलिया ने एक मैगजीन कढ़िया जिस मैगजीन का नाम सी बिलियनर्स। उहदे विच टॉप 10 कमांडर ऑल वर्ल्ड दे चुने गए। पूरी दुनिया के 10 जरनैल चुने गए। पता कीता जावे कि दुनिया का सब तो महान जेतू जरनैल पूरी दुनिया विचों पहले नंबर ते आउण वाला कौन है। जेड़ा 2012 में आस्ट्रेलिया वालों मैगजीन निकलिया उन्हें 10 कमांडर चुने, जिहदे विचों दूजे नंबर ते चंगेज खान आया, तीजे ते सिकंदर, चौथे ते अटीला दा हैन, पंजवें ते जूलियस सीजर, छेवें ते फ्रांसिस पिजारो, सतवें ते सारे दा ग्रेट, अठवें ते नेपोलियन बोनापार्ट, नौवें ते हनीबल बारका, 10वें ते शासक तैमूर। और जेड़ा तुसी जानन नूं ताहवड़ा होगे कि 1881 विच दुनिया दा महान जेतू जरनैल कौन चुनिया गया ते 2012 विच टॉप 10 कमांडर ऑल वर्ल्ड दे विचों टॉप दा कमांडर कौन आया। ते इस गल दी मैं सिखां नूं वधाई देना। सिखो ऑल वर्ल्ड दे विचों टॉप 10 कमांडरां विचों जे दुनिया दा कोई टॉप दा कमांडर चुनिया गया ते सिख कौम दा चीफ जनरल सरदार हरी सिंह नलूआ।
पूरी दुनिया दे विचों महान जेतू जरनैल साडा चुनिया गया। 195 देशां दे विचों लगभग 160 देशां विच साडा केसरी निशान साहब झूलदा है। किवें कह दोगे कौम खत्म हो गई, पंथ खत्म हो गया? ये खत्म नहीं होने वाला, पर इनू खत्म करने दे यतन जरूर हो रहे ने। दरपेश चुनौतियां कौम दे सामने आ रही ने। इहो चुनौतियां 22 धार दे अकिरत कणा ने भी लियांदियां। उन्हां नवाब अदीना बेग नाल रल के गुरु गोबिंद सिंह महाराज दे खिलाफ एक षड्यंत्र रचिया। उन्हां की विਉਂਤ बनाई, ये सारी रिपोर्ट लैके CID विभाग दा रिपोर्टर सरदार चतर सिंह बराड़ गुरु गोबिंद सिंह महाराज दे दरबार विच हाजिर हो गया। हाथ जोड़ के फतेह बुला के कहंदा, पातशाह राजा ने नवाब अदीना बेग नाल एक विचार कीती है, जे आप जी दा हुक्म होवे ते मैं उस तो पर्दा चुक्कां। दशमेश पातशाह ने आख्या, बोल सिक्का की कहना चाहना है? जो कोई फिर सिख ने आख्या, ढाडी कला विच इस नूं किया जांदा रसालू। मैं एक बेनती करा, मेरे पूज्या पिता उस्ताद सत्कारयोग ज्ञानी मिल्खा सिंह मौजी साहब, दादा उस्ताद जी सत्कारयोग ज्ञानी कुलवंत सिंह BA साहब कैनेडा वाले, परदादा उस्ताद जी श्रोमणी ढाडी, ढाडियां दे पैतामा, ढाडियां दे पैगंबर, सुल्तान ढाडी सचखंड वासी, गुरपुर वासी, सत्कारयोग परदादा उस्ताद जी ज्ञानी सोहण सिंह सीतल साहब जी। बापू जी क्या करते सी, सिखो आउण वाले समय विच ढड्डां वजणगियां, सरंगियां वजणगियां, पर कहंदे हालात ऐसे क्रिएट होंदे जा रहे, शायद कला खत्म हो जावे। हकीकत है अज ढाडी कला मरदी जांदी है। जिन्ना चिर ढाडा डर साडे हड्डां विच ना होया सिखो, असीं उन्ना चिर इंसाफ नहीं कर सकांगे। इहनूं ढाडी कला विच रसालू कहंदे, होंद विच किवें आया? मैं बेनती करा, राजा साल होया ते राजे साल दा पुत्र होया राजा सलमान, जिन्हें सियालकोट दा किला ते इलाका तैयार करवाया। राजे सलमान दे के 16 पुत्र होए। 16 विचों एक दा नाम सी पूरन ते एक दा रसालू। पूरन भी इस कला दे गाया जाता है, रसालू सिंह गाउण लगे ने। अगे इन्हां दा पुत्र है सुहादा। सुहादे दा संसर पट आ जिहड़ा सैंसरा नगर है ना, इहदा बहुत तालमेल उहदे नाल जिहड़ा साहसी साहस उद्यम करन वालियां दे घर विच पैदा होया। और एदा अगे संसर पट दा पुत्र है राहू किरतू। राहू किरतू दा भागमल दा बिगा मल दा बुढ़ा मल, जिन्हें अमृत छकिया ते सरदार बुढ़ा सिंह बनया। अगे एदे 2 पुत्र होए, एक चंदा सिंह एक नौद सिंह। चंदा सिंह दी औलाद है संधा वालगे अते नौद सिंह दी औलाद है शुकर चकीए। नौद सिंह सरदार दा सुपुत्र होया सरदार चढ़त सिंह शुकर चकीया। सरदार चढ़त सिंह शुकर चकीए दा सुपुत्र होया सरदार मान सिंह शुकर चकीया। अते सरदार मान सिंह दा सुपुत्र होया शेरे पंजाब महाराजा रणजीत सिंह। अगे दे 7 सुपुत्र होए खड़क सिंह, शेर सिंह, तारा सिंह, मुल्ताना सिंह, दलीप सिंह, कश्मीरा सिंह, पिशौरा सिंह। ਇਹਦੇ ਵੱਡ ਵਡੇਰਾਂ ਵਿੱਚੋਂ ਗਾਈ ਜਾਣ ਵਾਲੀ ਢਾਡੀ ਕਲਾ ਦੀ ਕਲਾਸੀਕਲ ਨਜ਼ਮ, ਜਿਸ ਨੂੰ ਢਾਡੀ ਕਲਾ ਵਿੱਚ ਰਸਾਲੂ ਕਿਹਾ ਜਾਂਦਾ ਹੈ, ਸਿੰਘ ਆਪ ਜੀ ਸਾਹਮਣੇ ਬਿਆਨ ਕਰ ਲੱਗੇ ਨੇ। ਮਨ ਬੀਤੀ ਨੂੰ ਟਿਕਾਓ ਦਸ਼ਮੇਸ਼ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਸਾਹਮਣੇ ਖਲੋਤਾ ਸਰਦਾਰ ਚਤਰ ਸਿੰਘ ਬਰਾੜ, ਪਾ ਕੇ ਗਲ ਵਿੱਚ ਪੱਲਾ ਕਰਕੇ ਧੌਣ ਨੀਵੀਂ, ਝੁਕਾ ਕੇ ਸੀਸ ਕਰਕੇ ਨੈਣ ਨੀਵੇਂ। ਆਪਣੀ ਜ਼ੁਬਾਨ ਤੋਂ ਰਾਜਾਂ ਦੀ ਨਵਾਬ ਅਦੀਨਾ ਬੇਗ ਨਾਲ ਜੋ ਮੀਟਿੰਗ ਹੋਈ ਉਸ ਉੱਤੋਂ ਜਿਸ ਕਦਰ ਪਰਦਾ ਚੁੱਕਦਾ ਹੈ, ਸੁਣੀਓ ਉਸ ਵੇਲੇ ਦਾ ਸੀਨ। ਮਨਬੀਰ ਸਿੰਘ BA ਬਹੁ ਵਿਰਦਾ ਢਾਡੀ ਥਾਣਾ ਸ਼ਬਦਾਂ ਵਿੱਚ
ਤੋੜਨ ਲਈ ਦਰ ਕਿਲੇ ਦਾ ਸੁਣ ਦੇ ਉਸ ਤੇ ਬੰਦੀ ਨਾਲ ਸੁਣ ਦੇ ਉਸ ਦੇ ਇੱਕ ਤਿੱਖੀ ਤਲਵਾਰ ਸਤਿਗੁਰ ਰੋਕਣ ਲਈ ਉਸ ਫੀਲ ਨੂੰ ਸਫੀਰ ਨੂੰ ਕੋਈ ਕਰੀਏ ਹੁਣੇ ਵਿਚਾਰ ਅੱਗੇ ਪਉ ਇੰਡੀਆ ਕੀ ਹੋਵਣਾ ਕੀ ਹੋਵਣਾ ਵਾਹਿਗੁਰੂ ਸਾਡੇ ਸਤਿਕਾਰਯੋਗ ਬਾਬਾ ਚੰਨਾ ਸਿੰਘ ਜੀ ਝਾੜ ਸਾਹਿਬ ਵਾਲੇ ਕਾਰ ਸੇਵਾ ਵਾਲੇ ਮਹਾਂਪੁਰਸ਼ ਆਏ ਨੇ ਸਟੇਜ ਵੱਲੋਂ ਬੇਨਤੀ ਕੀਤੀ ਜਾਂਦੀ ਹੈ ਕਿ ਉਹਨਾਂ ਦਾ ਸਨਮਾਨ ਕੀਤਾ ਜਾਣਾ ਹੈ ਉਹ ਗੁਰੂ ਘਰ ਦੀ ਬਖਸ਼ਿਸ਼ ਸਰੂਪ ਆਓ ਉਹਨਾਂ ਨੂੰ ਦਿੱਤੀ ਜਾਣੀ ਇੱਕ ਵਾਰ ਪਿਆਰ ਨਾਲ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਬਾਰ ਵਿੱਚ ਖਲੋਤਾ ਹੋਇਆ ਸਿੱਖ ਕੁਝ ਬੇਨਤੀਆਂ ਕਰ ਰਿਹਾ ਮੈਂ ਢਾਡੀ ਸਿੰਘਾਂ ਨੂੰ ਬੇਨਤੀ ਕਰਾਂਗਾ ਉਹ ਇੱਕ ਜਕਾਰੇ ਦੇ ਨਾਲ ਔਰ ਆਪ ਜੀ ਪਰਮਾ ਹੁੰਗਾਰਾ ਦੇ ਬੋਲੇ ਸੋ ਨਿਹਾਲ
ਸਰਦਾਰ ਚਤਰ ਸਿੰਘ ਨੇ ਆਖਿਆ ਮਹਾਰਾਜ ਰਾਜੇ ਕੇਸਰੀ ਚੰਦ ਨੇ ਨਵਾਬ ਦੀਨਾ ਬੇਗ ਨਾਲ ਵਿਚਾਰ ਕੀਤੀ ਹੈ ਤੇ ਵਿਚਾਰ ਪਤਾ ਕੀ ਕੀਤੀ ਹੈ। ਰਾਜੇ ਕੇਸਰੀ ਚੰਦ ਨੇ ਨਵਾਬ ਦੀਨਾ ਬੇਗ ਨੂੰ ਯਕੀਨ ਦਿਵਾਇਆ ਕਿ ਮੇਰੇ ਕੋਲ ਇੱਕ ਸਿਖਾਇਆ ਹੋਇਆ ਹਾਥੀ ਹੈ, ਉਹਦੇ ਮੱਥੇ ਵਿੱਚ ਤਵੀਆਂ ਬੀਣਾਂਗੇ, ਸੋਂਢ ਨਾਲ ਤੇਜ਼ ਤਿੱਖੀ ਤਲਵਾਰ ਬੰਨਾਂਗੇ ਅਤੇ ਉਹਨੂੰ ਪਹਿਲੇ ਤੋੜ ਦੀ ਸ਼ਰਾਬ ਪਿਆਈ ਜਾਵੇਗੀ। ਉਹ ਜਾ ਕੇ ਲੋਹਗੜ੍ਹ ਦੇ ਦਰਵਾਜ਼ੇ ਨਾਲ ਟੱਕਰ ਮਾਰੇਗਾ, ਦਰਵਾਜ਼ਾ ਟੁੱਟ ਜਾਵੇਗਾ, ਗੁਰੂ ਗੋਬਿੰਦ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਇੱਕ ਹਾਥੀ ਦੇ ਉੱਤੋਂ ਸ਼ਰਾਬੀ ਸ਼ਰਾਬ ਤੇ ਬੰਦੇ ਦੀ ਮੱਤ ਮਾਰ ਦਿੰਦੀ, ਪਤਾ ਨਹੀਂ ਲੱਗਦਾ ਕਿਹੜੇ ਵੇਲੇ ਗਲੀਆਂ 'ਚ ਕੁੱਤੇ ਮੂੰਹ ਚੱਟ ਗਏ। ਜਦੋਂ ਜਾਨਵਰ ਨੂੰ ਪਿਆ ਦਿੱਤੀ ਜਾਵੇ ਉਹਦਾ ਕੀ ਅਸਰ ਹੋਵੇਗਾ। ਸ਼ਰਾਬੀ ਹਾਥੀ ਆਉਣਾ ਹੈ, ਮਹਾਰਾਜ ਕੋ ਤਿਆਰੀ ਕਰ ਲੈਣੀ ਚਾਹੀਦੀ ਹੈ। ਮੈਂ ਸੰਖੇਪ ਜੀ ਬੇਨਤੀ ਕਰ ਰਿਹਾ ਹਾਂ, ਵਾਅਦਾ ਤੇ ਨਹੀਂ ਕਰਦਾ ਔਰ ਯਤਨ ਕਰਾਂਗਾ ਇਸ ਪ੍ਰਸੰਗ ਵਿੱਚੋਂ ਕੋਈ ਨਵਾਂਪਨ ਆਪ ਜੀ ਦੇ ਕਹਿਣ ਲਈ, ਆਪ ਜੀ ਦੇ ਸੁਣਨ ਵਾਸਤੇ ਕੋਈ ਨਵਾਂਪਨ ਕਹਿ ਜਾਵਾਂ। ਮਹਾਰਾਜ ਨੇ ਆਖਿਆ ਕੋਈ ਗੱਲ ਨਹੀਂ, ਰਾਜਿਆਂ ਦਾ ਹਾਥੀ ਆ ਰਿਹਾ, ਸਾਡਾ ਵੀ ਹਾਥੀ ਤਿਆਰ ਹੈ। ਸੰਗਤ ਨੇ ਆਖਿਆ ਮਹਾਰਾਜ ਤੁਹਾਡੇ ਕੋਲ ਤੇ ਕਈ ਹਾਥੀ ਨੇ, ਪਾਚਾ ਤੁਹਾਡੇ ਕੋਲ ਪ੍ਰਸਾਦੀ ਹਾਥੀ ਜਿਹੜਾ ਰਾਜਾ ਰਤਨ ਰਾਏ ਨੇ ਭੇਟ ਕੀਤਾ, ਇਹਦੀ ਖੂਬੀ ਪਤਾ ਕੀ ਸੀ ਪ੍ਰਸਾਦੀ ਹਾਥੀ ਦੀ? ਇਹ ਬਰਮਾ ਦੇ ਇਲਾਕੇ ਥਾਈਲੈਂਡ ਵਿੱਚ ਪਾਇਆ ਜਾਂਦਾ, ਇਧਰੋਂ ਨਹੀਂ ਮਿਲਦਾ। ਅਸਾਮ ਦੇ ਇਲਾਕੇ ਵਿੱਚੋਂ ਲੈ ਕੇ ਆਇਆ ਸੀ ਰਾਜਾ ਰਤਨ ਰਾਏ। ਇਹਦੀ ਸੁੰਡ ਤੋਂ ਲੈ ਕੇ ਪੂਛ ਤੱਕ ਚਿੱਟੇ ਰੰਗ ਦੀ 4 ਉਂਗਲਾਂ ਦੀ ਪੱਟੀ ਸੀ। ਇਹ ਐਡਾ ਟ੍ਰੇਨਡ ਹਾਥੀ ਸੀ ਵੀ ਮਹਾਰਾਜ ਨੇ ਜੋ ਤੀਰ ਚਲਾਉਣਾ, ਦੂਰ ਚਲਿਆ ਜਾਣਾ, ਇਹਨੇ ਤੀਰ ਫੜ ਕੇ ਲੈ ਕੇ ਆਉਣਾ ਸੁੰਡ ਵਿੱਚ ਅੜਾ ਕੇ। ਕਦੀ ਇਹਨੇ ਸੁੰਡ ਵਿੱਚ ਜਲ ਦਾ ਗੜਵਾ ਲੈਣਾ, ਮਹਾਰਾਜ ਦੇ ਚਰਨ ਧੋਣੇ, ਕਦੀ ਸੁੰਡ ਵਿੱਚ ਚੌਰ ਲੈ ਕੇ ਮਹਾਰਾਜ ਨੂੰ ਚੌਰ ਕਰਨਾ, ਬੜੀਆਂ ਖੂਬੀਆਂ ਸਨ। ਭੰਗਾਣੀ ਦੇ ਯੁੱਧ ਦਾ ਕਾਰਨ ਵੀ ਇਹ ਪ੍ਰਸਾਦੀ ਹਾਥੀ ਤੋਂ ਚੱਲਿਆ ਸੀ। ਖੈਰ ਵੱਖਰਾ ਵਿਸ਼ਾ ਹੈ, ਉਧਰ ਨਾ ਜਾਵਾਂ। ਸੰਗਤ ਨੇ ਆਖਿਆ ਮਹਾਰਾਜ ਪ੍ਰਸਾਦੀ ਹਾਥੀ ਲੜੇਗਾ। ਪਾਤਸ਼ਾਹ ਕਹਿੰਦੇ ਨਿੱਕੇ ਮੋਟੇ ਕੰਮਾਂ ਨੂੰ ਅਸੀਂ ਪ੍ਰਸਾਦੀ ਹਾਥੀ ਥੋੜਾ ਰੱਖੇ ਨੇ, ਇਹ ਇੰਨੇ ਕੰਮ ਵਾਸਤੇ ਪ੍ਰਸਾਦੀ ਹਾਥੀ ਨਹੀਂ। ਪਾਤਸ਼ਾਹ ਫਿਰ ਕਿਹੜਾ ਹਾਥੀ ਜਾਵੇਗਾ? ਤੇ ਸਤਿਗੁਰ ਆਖਿਆ ਉਹ ਸੰਗਤ ਵਿੱਚ ਬੈਠਾ ਹੈ। ਸੰਗਤ ਵੇਂਦੀ ਆਲੇ ਦੁਆਲੇ ਵੀ ਕਿਹੜਾ ਕਰਮਾਂ ਵਾਲਾ ਜਿਹਦਾ ਮਹਾਰਾਜ ਨਾਂ ਲੈਣ ਲੱਗੇ ਨੇ। ਸੰਗਤ ਨੇ ਵੇਖਿਆ, ਕਹਿੰਦੇ ਮਹਾਰਾਜ ਹਾਥੀ ਸੰਗਤ ਵਿੱਚ ਬੈਠ ਗਿਆ, ਸਾਨੂੰ ਦਿਸੇ ਹੀ ਨਾ। ਪਾਤਸ਼ਾਹ ਕਹਿੰਦੇ ਤੁਸੀਂ ਧਿਆਨ ਨਾਲ ਵੇਖੋ, ਸੰਗਤ ਵਿੱਚ ਹੀ ਬੈਠਾ ਹੈ। ਮਹਾਰਾਜ ਕੌਣ ਹੈ? ਪਾਤਸ਼ਾਹ ਕਹਿੰਦੇ ਉਹਦਾ ਨਾਂ ਹੈ ਦੁਨੀ ਚੰਦ ਮਸੰਦ। ਜਦੋਂ ਦੁਨੀ ਚੰਦ ਦਾ ਨਾਂ ਲਿਆਣਾ ਤੇ ਦੁਨੀ ਚੰਦ ਤੇ ਐਂ ਹੋ ਗਿਆ ਜਿਵੇਂ ਖੰਭੇ ਦੇ ਖਤਰਾ ਲਿਖਿਆ ਹੋਵੇ। ਤੇ ਸੰਗਤ ਬੜੀ ਖੇਡ ਖੜਾ ਕੇ ਅਸੀਂ ਵੀ ਮਹਾਰਾਜ ਨੇ ਚੋਣ ਬੜੀ ਵਧੀਆ ਕੀਤੀ ਹੈ। ਐਡਾ ਭਾਰਾ ਸਰੀਰ ਦਾ ਵਾਕਿਆ ਹਾਥੀ ਦੇ ਮੁਕਾਬਲੇ ਦੇ ਜਾਵੇਗਾ। ਮਹਾਰਾਜ ਨੇ ਕਿਹਾ ਦੁਨੀ ਚੰਦ ਤਿਆਰੀ ਕਰ। ਚਲਾ ਗਿਆ ਤੇ ਪਹਿਰੇਦਾਰ ਕੋਲ ਜਾ ਕੇ ਕਹਿੰਦਾ ਪਹਿਰੇਦਾਰਾ ਕੋਈ ਸੁਣਿਆ? ਕਹਿੰਦਾ ਨਹੀਂ ਮੈਂ ਨਹੀਂ ਸੁਣਿਆ, ਮੇਰੀ ਡਿਊਟੀ ਪਹਿਰੇ ਤੇ ਸੀ। ਕਹਿੰਦਾ ਗੁਰੂ ਗੋਬਿੰਦ ਸਿੰਘ ਕਹਿੰਦੇ ਇੱਕ ਹਾਥੀ ਆਉਣਾ ਰਾਜਾਂ ਦਾ ਸ਼ਰਾਬੀ ਤੇ ਤੇਰਾ ਮੁਕਾਬਲਾ ਕਰਾਉਣਾ ਹੈ। ਤੇ ਪਹਿਰੇਦਾਰ ਕਹਿੰਦਾ ਤੂੰ ਤੇ ਭਾਗਾਂ ਵਾਲਾ ਤੇਰਾ ਨਾਂ ਚੁਣਿਆ ਗਿਆ। ਦੁਨੀ ਚੰਦ ਦੇ ਮੱਥੇ ਦੇ ਤਿਉੜੀਆਂ ਪੈ ਗਈਆਂ। ਮਾਤਾ ਗੁਜਰੀ ਜੀ ਕੋਲ ਚਲਾ ਗਿਆ, ਮਾਤਾ ਜੀ ਕਿਰਪਾ ਕਰੋ ਆਪਣੇ ਲਾਲ ਨੂੰ ਸਮਝਾਓ, ਕਈ ਵਾਰ ਬਿਨ ਪੁੱਛੇ ਫੈਸਲਾ ਲੈ ਜਾਂਦੇ। ਕਹਿੰਦੇ ਦੁਨੀ ਚੰਦਾ ਰਾਜਾਂ ਦਾ ਹਾਥੀ ਆਉਣਾ ਤੇ ਤੇਰਾ ਮੁਕਾਬਲਾ ਕਰਾਉਣਾ। ਤੇ ਮਾਤਾ ਜੀ ਬੰਦੇ ਦਾ ਹਾਥੀ ਨਾਲ ਮੁਕਾਬਲਾ ਬਣਦਾ? ਤੇ ਮਾਤਾ ਜੀ ਨੇ ਆਖਿਆ ਦੁਨੀ ਚੰਦਾ ਹੌਸਲਾ ਨਾ ਛੱਡ, ਤਕੜਾ ਹੋ, ਤੂੰ ਭਾਗਾਂ ਵਾਲਾ। ਤੇਰਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖੁਦ ਆਪਣੀ ਰਸਨਾ ਤੋਂ ਨਾਂ ਲਿਆ। ਤੇ ਦੁਨੀ ਚੰਦ ਕਹਿੰਦਾ ਮੈਨੂੰ ਤੇ ਜਾਪਦਾ ਸਾਰੇ ਟੱਬਰ ਨੇ ਸਲਾਹ ਕੀਤੀ ਵੀ ਦੁਨੀ ਚੰਦ ਮਰਵਾਉਣਾ ਹੀ ਮਰਵਾਉਣਾ, ਕਿਉਂਕਿ ਮਸੰਦ ਸਾੜੇ ਜੋ ਸੀ ਮਹਾਰਾਜ ਨੇ ਖੂਹ ਵਿੱਚ ਪਾ ਕੇ। ਤੇ ਉਹਦਾ ਕਾਰਨ ਸੀ, ਬਹੁਤ ਵੱਡਾ ਰੀਜਨ ਸੀ ਸਾੜਨ ਦਾ। ਉਹ ਵੱਧ ਫੈਲੀਆਂ ਕਰਨ ਲੱਗ ਪਿਆ ਸੀ, ਆਪਣੇ ਕਰੈਕਟਰ ਤੋਂ ਕਰੈਕਟਰਹੀਣ ਹੋ ਗਿਆ ਸੀ, ਕਿਰਦਾਰ ਤੋਂ ਡਿੱਗ ਚੁੱਕੇ ਸਨ, ਤਾਂ ਮਹਾਰਾਜ ਨੇ ਸਾੜੇ ਸੀ। ਮਸੰਦ ਤੇ ਮਹੰਤ ਦੋ ਸ਼ਬਦ ਨੇ। ਸਾਡੀ ਕੌਮ ਵਿੱਚ ਇਤਿਹਾਸ ਪੜ੍ਹਨ ਦਾ ਸਮਾਂ ਨਹੀਂ, ਮੈਂ ਪਹਿਲਾਂ ਬੇਨਤੀ ਕੀਤੀ ਹੈ। ਇਹ ਪੰਜਾਬੀ ਭਾਸ਼ਾ ਨੂੰ ਛੱਡ ਕੇ ਤੇ ਇੱਕ ਆਇਲਸ ਨਾਂ ਦਾ ਕਰੇਜ਼ ਹੈ ਜਿਹੜਾ ਸਾਡੇ ਬੱਚਿਆਂ ਵਿੱਚ ਪੈ ਗਿਆ। ਆਇਲਸ ਇੰਟਰਨੈਸ਼ਨਲ ਇੰਗਲਿਸ਼ ਲੈਂਗੁਏਜ ਟੈਸਟਿੰਗ ਸਿਸਟਮ, ਇੱਕ ਅੰਤਰਰਾਸ਼ਟਰੀ ਅੰਗਰੇਜ਼ੀ ਭਾਸ਼ਾ ਸਿੱਖਣ ਦਾ ਢਾਂਚਾ, ਜਿਸ ਕਾਰਨ ਸਾਨੂੰ ਆਪਣੇ ਇਤਿਹਾਸ ਬਾਰੇ ਨਹੀਂ ਨੌਲੇਜ, ਨਹੀਂ ਗਿਆਨ ਕਿ ਸਾਡੇ ਇਤਿਹਾਸ ਦੇ ਸ਼ਬਦਾਂ ਦਾ ਅਰਥ ਕੀ ਨਿਕਲਦਾ ਹੈ। ਮਸੰਦ ਦਾ ਭਾਵ ਹੁੰਦਾ ਉੱਚੀ ਜਗ੍ਹਾ ਤੇ ਬੈਠ ਕੇ ਪ੍ਰਚਾਰ ਕਰਨ ਵਾਲਾ, ਤੇ ਮਹੰਤ ਦਾ ਮਤਲਬ ਹੁੰਦਾ ਦਾਨਾ, ਸਿਆਣਾ, ਵੱਡਾ ਬਜ਼ੁਰਗ, ਦਾਨਸ਼ਮੰਦ, ਅਕਲਮੰਦ। ਤੇ ਜਦੋਂ ਕਿਤੇ ਕੋਈ ਗੱਲ ਚੱਲਦੀ ਤੇ ਅਸੀਂ ਪੈਂਦੀ ਸੱਟ ਕਿੰਨੇ ਨਰੈਣੂ ਮਹੰਤ ਦੀ ਔਲਾਦ, ਮਹੰਤ ਅਸੀਂ ਬਣਾ ਹੀ ਨਰੈਣੂ ਨੂੰ ਦਿੱਤਾ। ਤੇ ਮਸੰਦ ਜਦੋਂ ਕਿਤੇ ਪ੍ਰਬੰਧਕ ਕਮੇਟੀ ਦੀ ਗੱਲ ਚੱਲਦੀ ਨਾ ਵੀ ਇੱਥੇ ਜਿਹਦਾ ਕਬਜ਼ਾ ਹੋ ਗਿਆ ਤੇ ਅਸੀਂ ਕਹਿੰਦੇ ਮਸੰਦਾਂ ਦੀ ਔਲਾਦ ਬੈਠੀ ਹੈ। ਸਾਨੂੰ ਅਰਥਾਂ ਦਾ ਨਹੀਂ ਪਤਾ, ਪਰ ਗੁਰ ਸ਼ਬਦ ਰਤਨਾਕਰ ਮਹਾਨ ਕੋਸ਼ ਭਾਈ ਸਾਹਿਬ ਭਾਈ ਕਾਹਨ ਸਿੰਘ ਨਾਭਾ ਜੀ ਨੂੰ ਕਦੇ ਪੜ੍ਹ ਕੇ ਵੇਖੋ। ਖੈਰ ਸਮਾਂ ਬੜਾ ਤੇਜ਼ੀ ਨਾਲ ਨਿਕਲ ਗਿਆ, ਮੈਂ ਆਪਣੇ ਪੰਥ ਵੱਲ ਜਾਣਾ ਚਾਹੁੰਦਾ, ਸਮਾਂ ਵੀ ਤੇਜ਼ੀ ਨਾਲ ਚੱਲਣਾ ਚਾਹੁੰਦਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਦੋਂ ਆਖਿਆ ਸੀ ਦੁਨੀ ਚੰਦ ਲੜੇਗਾ, ਮਾਤਾ ਜੀ ਨੇ ਇੱਕ ਸ਼ਬਦ ਆਖਿਆ, ਇਹਨੂੰ ਗੌਰ ਅਤੇ ਗੌਰ ਨਾਲ ਵਾਚਣ ਦਾ ਯਤਨ ਕਰਿਓ। ਮਾਤਾ ਜੀ ਕਹਿੰਦੇ ਦੁਨੀ ਚੰਦਾ ਤੂੰ ਬੇਅਮਰਤੀਆ ਤਾਂ ਮੌਤ ਕੋਲੋਂ ਡਰਦਾ ਹੈ। ਹਰ ਇੱਕ ਹਿਸਟਰੀ ਦਾ ਇੱਕ ਪਿੱਛੇ ਮੋਰਲ ਹੁੰਦਾ, ਸਿੱਖਿਆ ਹੁੰਦੀ ਹੈ ਵੀ ਕੀ ਪ੍ਰਸੰਗ ਤੋਂ ਸਿੱਖਿਆ। ਇਹਦੀ ਸਿੱਖਿਆ ਹੁਣ ਵਾਚਣ ਦਾ ਯਤਨ ਕਰੋ ਵੀ ਅਰਥ ਕੀ ਨਿਕਲਣਾ ਪ੍ਰਸੰਗ ਦਾ। ਮਾਤਾ ਜੀ ਨੇ ਆਖਿਆ ਦੁਨੀ ਚੰਦਾ ਤੂੰ ਬੇਅਮਰਤੀਆ ਤਾਂ ਮੌਤ ਕੋਲੋਂ ਡਰਦਾ ਹੈ। ਅੰਮ੍ਰਿਤ ਧਾਰੀ ਹੁਣੋਂ ਤੇ ਮੌਤ ਨੂੰ ਮਖੌਲਾਂ ਕਰ ਦੋ ਨਾ ਸਮਝ ਪਈ, ਕੈਂਪ ਵਿੱਚ ਚਲਾ ਗਿਆ, ਜਾ ਕੇ ਮਸੰਦਾਂ ਨੂੰ ਇਕੱਠਿਆਂ ਕਰਕੇ ਗੱਲ ਕੁਝ ਹੋਰ ਬਣਾ ਕੇ ਦੱਸ ਦਿੱਤੀ। ਕਹਿੰਦਾ ਮਸੰਦੋ
ਗੁਰੂ ਗੋਬਿੰਦ ਸਿੰਘ ਕਹਿੰਦੇ ਰਾਜਾਂ ਦਾ ਹਾਥੀ ਆਉਣਾ ਉਹਦੇ ਨਾਲ ਦੁਨੀ ਚੰਦ ਦੇ ਉਹਦੇ ਸਾਥੀ ਲੜਨਗੇ। ਹੁਣ ਸਾਰੇ ਵਲੇਟ ਲੈ ਵੀ ਬਚੇ ਕੋਈ ਨਾ, ਜੇ ਮਰਨ ਤੇ ਸਾਰੇ ਮਰਨ, ਜੇ ਬਚੇ ਤੇ ਸਾਰੇ ਬਚਣ। ਉਹਨਾਂ ਕਿਹਾ ਕੀ ਕਰੀਏ? ਕਹਿੰਦੇ ਰਾਤੋਂ ਰਾਤ ਕਿਲੇ ਤੋਂ ਰੱਸੇ ਲਮਕਾ ਕੇ ਭੱਜ ਚੱਲੀਏ। ਤੇ ਦੁਨੀ ਚੰਦ ਦੇ ਮੁਸੰਨਾ ਨੇ ਆਖਿਆ ਠੀਕ ਹੈ ਦੁਨੀ ਚੰਦ ਜੀ, ਪਰ ਸਾਡੀ ਕੀ ਸ਼ਰਤ ਹੈ? ਉਹਨਾਂ ਕਿਹਾ ਕਿਹੜੀ? ਕਹਿੰਦੇ ਪਹਿਲਾਂ ਅਸੀਂ ਛਾਲਾਂ ਮਾਰਾਂਗੇ, ਅਖੀਰ ਤੇ ਤੁਸੀਂ ਮਾਰਿਓ। ਉਹ ਜਾਣਦੇ ਸੀ ਨਾ ਭਾਰਾ ਵੜਾ, ਜੇ ਕਿਤੇ ਰੱਸਾ ਟੁੱਟ ਗਿਆ ਨੇ ਥੱਲੇ ਪੈ ਮਰ ਜਾਣਾ, ਅਸੀਂ ਕੱਲ ਨੂੰ ਕਿਲੇ ਵਿੱਚ ਮਰ ਜਾਣਾ, ਕੌਣ ਬਚਾਵੇਗਾ? ਗੱਲ ਉਹ ਹੋਈ ਜਿਹਦਾ ਡਰ ਸੀ। ਦੁਨੀ ਚੰਦ ਦੇ ਸਾਥੀਆਂ ਨੇ ਛਾਲਾਂ ਮਾਰੀਆਂ, ਰੱਸਾ ਬਚਿਆ ਰਿਹਾ। ਦੁਨੀ ਚੰਦ ਦੀ ਵਾਰੀ ਆਈ, ਰੱਸਾ ਟੁੱਟ ਗਿਆ ਤੇ ਸੱਜੀ ਲੱਤ ਮੋਟੇ ਪੜ ਤੋਂ ਟੁੱਟ ਗਈ। ਉਹਨਾਂ ਅੰਮ੍ਰਿਤਸਰ ਸਾਹਿਬ ਪਹੁੰਚਾਇਆ। ਕਰਨੀ ਕਾਦਰ ਦੀ ਸਮਾਂ ਸਥਾਨ ਕਾਰਨ, ਜਦੋਂ ਤਿੰਨ ਚੀਜ਼ਾਂ ਇਕੱਠੀਆਂ ਹੋ ਜਾਣ ਬੰਦੇ ਦੀ ਮੌਤ ਹੁੰਦੀ ਹੈ। ਇਹਦਾ ਸਮਾਂ ਸਥਾਨ ਕਾਰਨ ਬਣ ਗਿਆ। ਇੱਕ ਸੱਪ ਲੜਿਆ ਤੇ ਦੀ ਮੌਤ ਹੋ ਗਈ। ਸਿਆਣੇ ਕਹਿੰਦੇ ਮੂਸਾ ਭੱਜਾ ਮੌਤ ਤੋਂ, ਮੌਤ ਅੱਗੇ ਖੜੀ। ਅਗਲੇ ਦਿਨ ਦੀਵਾਨ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਸੰਗਤਾਂ ਨੇ ਆਖਿਆ ਪਾਸ਼ਾ ਤੁਹਾਡਾ ਹਾਥੀ ਤੇ ਭੱਜ ਗਿਆ, ਹੁਣ ਉਸ ਹਾਥੀ ਦਾ ਮੁਕਾਬਲਾ ਕੌਣ ਕਰੇਗਾ? ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਕੋਈ ਗੱਲ ਨਹੀਂ ਸੰਗਤ ਜੀ, ਹਾਥੀ ਭੱਜਾ ਹੈ ਨਾ, ਹੁਣ ਉਸ ਹਾਥੀ ਦਾ ਮੁਕਾਬਲਾ ਸਾਡਾ ਬੱਬਰ ਸ਼ੇਰ ਕਰੇਗਾ। ਸੰਗਤਾਂ ਨੇ ਆਖਿਆ ਮਹਾਰਾਜ ਬੱਬਰ ਸ਼ੇਰ ਕੌਣ ਹੈ? ਉਹ ਵੀ ਸੰਗਤ ਵਿੱਚ ਹੈ। ਤੇ ਪਾਤਸ਼ਾਹ ਨੇ ਆਖਿਆ ਹਾਂ ਉਹ ਵੀ ਸੰਗਤ ਵਿੱਚ। ਕੌਣ ਹੈ? ਜਾਣਨ ਨੂੰ ਤਾਵਲੀ ਸੀ ਸੰਗਤ। ਇਹ ਪਤਾ ਕੌਣ ਸੀ ਬੱਬਰ ਸ਼ੇਰ? ਭਾਈ ਰਾਓ ਜੀ ਹੋਏ ਤੇ ਭਾਈ ਰਾਓ ਜੀ ਦੇ ਸਪੁੱਤਰ ਹੋਏ ਭਾਈ ਮੂਲਾ ਜੀ। ਭਾਈ ਮੂਲਾ ਜੀ ਦੇ ਸਪੁੱਤਰ ਹੋਏ ਭਾਈ ਬੱਲੂ ਜੀ, ਜਿਨ੍ਹਾਂ ਪਹਿਲੀ ਜੰਗ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਵੇਲੇ ਪਿਪਲੀ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ ਵਿੱਚ ਬੜੀ ਵੱਡੀ ਕੁਰਬਾਨੀ ਦਿੱਤੀ। ਭਾਈ ਬੱਲੂ ਜੀ ਦੇ ਸਪੁੱਤਰ ਹੋਏ ਭਾਈ ਮਾਈ ਦਾਸ ਜੀ। ਭਾਈ ਮਾਈ ਦਾਸ ਜੀ ਦੇ ਸਪੁੱਤਰ ਹੋਏ ਸਿੰਘ ਸਾਹਿਬ ਭਾਈ ਮਣੀ ਸਿੰਘ ਜੀ। ਅੱਗੇ ਸਿੰਘ ਸਾਹਿਬ ਭਾਈ ਮਣੀ ਸਿੰਘ ਜੀ ਦੇ 10 ਸਪੁੱਤਰ ਹੋਏ। ਭਾਈ ਉਦੇ ਸਿੰਘ, ਭਾਈ ਅਣਕ ਸਿੰਘ, ਭਾਈ ਅਜਬ ਸਿੰਘ, ਭਾਈ ਅਜਾਇਬ ਸਿੰਘ, ਭਾਈ ਗੁਰਬਖਸ਼ ਸਿੰਘ, ਭਾਈ ਦੇਸਾ ਸਿੰਘ, ਭਾਈ ਬਲਰਾਮ ਸਿੰਘ, ਭਾਈ ਚਿੱਤਰ ਸਿੰਘ, ਭਾਈ ਵਿਜੇਤਰ ਸਿੰਘ, ਭਾਈ ਭਗਵਾਨ ਸਿੰਘ ਅਤੇ 65 ਤੋਂ ਵੱਧ ਮੈਂਬਰ ਸਿੰਘ ਸਾਹਿਬ ਭਾਈ ਮਣੀ ਸਿੰਘ ਦੇ ਸ਼ਹੀਦ ਹੋਏ। ਇਹ ਬੱਬਰ ਸ਼ੇਰ ਦਾ ਕੀ ਤਾਲਮੇਲ, ਮੈਂ ਉੱਥੇ ਕਿਉਂ ਲੱਗਾ? ਭਾਈ ਮਣੀ ਸਿੰਘ ਸਾਹਿਬ ਦੇ 65 ਤੋਂ ਵੱਧ ਮੈਂਬਰ ਮੈਦਾਨੇ ਜੰਗ ਸ਼ਹੀਦ ਹੋਏ ਨੇ ਜਾਂ ਕੁਝ ਸ਼ਾਂਤਮਈ ਤਰੀਕੇ ਨਾਲ ਸ਼ਹੀਦ ਹੋਏ ਨੇ। ਅਤੇ ਭਾਈ ਮਣੀ ਸਿੰਘ ਦੇ 54 ਸ਼ਹੀਦਾਂ ਜੀਆਂ ਦੇ ਨਾਂ ਅੱਜ ਵੀ ਇਤਿਹਾਸ ਆਪਣੀ ਬੁੱਕਲ ਵਿੱਚ ਲੈ ਕੇ ਬੈਠਾ ਹੈ। ਭਾਈ ਉਦੇ ਸਿੰਘ, ਭਾਈ ਅਣਕ ਸਿੰਘ, ਭਾਈ ਅਜਬ ਸਿੰਘ, ਭਾਈ ਅਜਾਇਬ ਸਿੰਘ, ਭਾਈ ਅਲਬੇਲ ਸਿੰਘ, ਭਾਈ ਅਲਬੇਲ ਸਿੰਘ ਦੂਜਾ, ਭਾਈ ਆਲਮ ਸਿੰਘ, ਭਾਈ ਸੋਹਣ ਚੰਦ, ਭਾਈ ਸੇਲਾ ਸਿੰਘ, ਭਾਈ ਸੁੱਖਾ ਸਿੰਘ, ਭਾਈ ਸੀਤਲ ਸਿੰਘ, ਭਾਈ ਸੰਗਰਾਮ ਸਿੰਘ, ਭਾਈ ਸੈਣਾ ਸਿੰਘ, ਭਾਈ ਸ਼ੇਰ ਸਿੰਘ, ਭਾਈ ਸ਼ਾਮ ਸਿੰਘ, ਭਾਈ ਹਠੀ ਚੰਦ, ਭਾਈ ਕਲਿਆਣ ਸਿੰਘ, ਭਾਈ ਕੇਸਰ ਸਿੰਘ, ਭਾਈ ਕੋਇਰ ਸਿੰਘ, ਭਾਈ ਗੋਕਲ ਸਿੰਘ, ਭਾਈ ਗੁਰਬਖਸ਼ ਸਿੰਘ, ਭਾਈ ਗੁਲਜ਼ਾਰ ਸਿੰਘ, ਭਾਈ ਚਿੱਤਰ ਸਿੰਘ, ਭਾਈ ਜਗਤ ਸਿੰਘ, ਭਾਈ ਜੇਠਾ ਸਿੰਘ, ਭਾਈ ਦਿਆਲਦਾਸ ਜੀ, ਭਾਈ ਦਾਸਾ ਜੀ, ਭਾਈ ਦਾਨ ਸਿੰਘ, ਭਾਈ ਨਾਨੂ ਸਿੰਘ, ਭਾਈ ਨੰਦ ਸਿੰਘ, ਭਾਈ ਨਟੀਆ ਸਿੰਘ, ਭਾਈ ਭੂਪਤ ਸਿੰਘ, ਭਾਈ ਭਗਵਾਨ ਸਿੰਘ, ਭਾਈ ਭਗਵੰਤ ਸਿੰਘ, ਭਾਈ ਬੱਲੂ ਜੀ, ਭਾਈ ਬਾਗ ਸਿੰਘ, ਭਾਈ ਬਾਗ ਸਿੰਘ ਦੂਜੇ, ਭਾਈ ਬਾਜ ਸਿੰਘ, ਭਾਈ ਬਚਿੱਤਰ ਸਿੰਘ, ਭਾਈ ਮਾਧੋ ਜੀ, ਭਾਈ ਮਥਰਾ ਜੀ, ਭਾਈ ਮਾਨ ਸਿੰਘ, ਭਾਈ ਮਹਾ ਸਿੰਘ, ਭਾਈ ਮਹਿਬੂਬ ਸਿੰਘ, ਭਾਈ ਮੋਰ ਸਿੰਘ, ਸਿੰਘ ਸਾਹਿਬ ਭਾਈ ਮਣੀ ਸਿੰਘ, ਭਾਈ ਰਾਏ ਸਿੰਘ, ਭਾਈ ਰੂਪ ਸਿੰਘ, ਭਾਈ ਰਾਮ ਸਿੰਘ, ਭਾਈ ਲਾਲ ਸਿੰਘ, ਭਾਈ ਲਹਿਣੂ ਸਿੰਘ ਜੀ। ਇਹ ਭਾਈ ਮਣੀ ਸਿੰਘ ਸਾਹਿਬ ਦੇ 54 ਸ਼ਹੀਦਾਂ ਜੀਆਂ ਦੇ ਨਾਂ ਅਜੇ ਵੀ ਮੇਰੇ ਕੋਲ ਕਿਸੇ ਨੂੰ ਚਾਹੀਦੇ ਹੋਏ ਤੇ 2:20 ਤੇ ਸਮਾਪਤੀ ਲੈ ਲੈਣਾ। ਖੈਰ ਹੁਣ ਸਵਾਲ ਉੱਠਦਾ ਵੀ ਇਹਨਾਂ ਵਿੱਚੋਂ ਬੱਬਰ ਸ਼ੇਰ ਕੌਣ ਹੈ ਤੇ ਭਾਈ ਮਣੀ ਸਿੰਘ ਸਾਹਿਬ ਦਾ ਕੀ ਲੱਗਦਾ? ਸੰਗਤਾਂ ਨੇ ਆਖਿਆ ਮਹਾਰਾਜ ਬੱਬਰ ਸ਼ੇਰ ਕੌਣ ਹੈ? ਉਹ ਕਿਹੜਾ ਭਾਗਾਂ ਵਾਲਾ ਜਿਹਨੂੰ ਤੁਸੀਂ ਬੱਬਰ ਸ਼ੇਰ ਦਾ ਖਿਤਾਬ ਦੇ ਦਿੱਤਾ ਹਾਥੀ ਨਾਲ ਲੜਨ ਵਾਸਤੇ? ਤੇ ਸਤਿਗੁਰਾਂ ਨੇ ਆਖਿਆ ਸਿੰਘ ਸਾਹਿਬ ਭਾਈ ਮਣੀ ਸਿੰਘ ਦਾ ਸਪੁੱਤਰ ਹੈ ਸਰਦਾਰ ਬਚਿੱਤਰ ਸਿੰਘ। ਸਰਦਾਰ ਬਚਿੱਤਰ ਸਿੰਘ ਦਾ ਜਦੋਂ ਨਾਂ ਲਿਆਣਾ ਤੇ ਸਰਦਾਰ ਬਚਿੱਤਰ ਸਿੰਘ ਛਾਲ ਮਾਰ ਕੇ ਮਾਰ ਦੇ ਸਾਹਮਣੇ ਆ ਗਿਆ। ਪਾਤਸ਼ਾਹ ਨੇ ਆਖਿਆ ਬਚਿੱਤਰ ਸਿੰਘ। ਭਾਈ ਬਚਿੱਤਰ ਸਿੰਘ ਕਹਿੰਦੇ ਜੀ ਹਜ਼ੂਰ। ਪਾਤਸ਼ਾਹ ਕਹਿੰਦੇ ਹਾਥੀ ਨਾਲ ਲੜਨ ਵਾਸਤੇ ਤਿਆਰ ਹੋ? ਤੇ ਸਰਦਾਰ ਬਚਿੱਤਰ ਸਿੰਘ ਨੇ ਪਾ ਕੇ ਗਲ ਵਿੱਚ ਪੱਲਾ ਕਰਕੇ ਨੈਣ ਨੀਵੇਂ ਸਤਿਗੁਰੂ ਜੀ ਦੇ ਚਰਨਾਂ ਵਿੱਚ ਝੁਕਾ ਕੇ ਸੀਸ ਆਪਣੀ ਪਾਵਨ ਰਸਨਾ ਤੋਂ ਆਗਿਆ ਮੰਗੀ ਹੈ ਮਹਾਰਾਜ ਇਹ ਤਾਂ ਇੱਕ ਹਾਥੀ ਰਾਜਾ ਦਾ ਆ ਰਿਹਾ ਹੈ, ਤੁਹਾਡੀ ਕਿਰਪਾ ਹੋਵੇ ਤੇ ਮੈਂ ਐਰਾ ਪੱਤ ਹਾਥੀ ਦਾ ਮੱਥਾ ਪਾੜ ਕੇ ਸੁੱਟ ਦਿਆਂ। ਕਿਵੇਂ ਪਾਤਸ਼ਾਹ ਦੇ ਕੋਲੋਂ ਆਗਿਆ ਮੰਗ ਰਿਹਾ ਉਸ ਵੇਲੇ ਦਾ ਸੀਨ ਬਹੁ ਵਿਰਦਾ ਢਾਡੀ ਥਾਣਾ ਸ਼ਬਦਾਂ ਵਿੱਚ
के उठिया सूरमा गुर फतेह बुला के हो सुन के उठिया सूरमा गुर फतेह बुला के सुन के उठिया सूरमा गुर फतेह बुला के हो चरनी झुकिया आन के गल पल्ला पाके हो चरनी झुकिया आन के गल पल्ला पाके ओ चरनी झुकिया आन के गल पल्ला पाके हो चरनी झुकिया आन के गल पल्ला पाके गल पल्ला पाके हो चरनी झुकिया आन के गल पल्ला पाके चरनी झुकिया आन के गल पल्ला पाके हो कहंदा तोरो सतगुरु कंड थापी लाके ओ कहंदा तोरो सतगुरु कंड थापी लाके हो कहंदा तोरो सतगुरु कंड थापी लाके हो कहंदा तोरो सतगुरु कंड थापी लाके कहंदा तोरो सतगुरु कंड थापी लाके हो ओ शक्ति बख्शो अपनी कहंदा शक्ति बख्शो अपने रण गजा जाके रण गजा जाके ओ शक्ति बख्शो अपनी शक्ति बख्शो अपनी रण गजा जाके ओ सांझ उलारी जदों मैं सतनाम ते आके हो साजियो लारी जदों मैं सतनाम ते आके साजियो लारी जदों मैं सतनाम ते आके हो हाथी की यमराज भी नसू डर खाके ओ हाथी की यमराज भी नसू डर खाके हो ओ हाथी की जमराज भी नस्सू डर खा के नस्सू डर खा के नस्सू डर खा के हो ओ हाथी की जमराज भी नस्सू डर खा के ओ हाथी की जमराज भी नस्सू डर खा के नस्सू डर खा के नस्सू डर खा के हो
ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲੋਂ ਆਗਿਆ ਲਈ ਸਰਦਾਰ ਬਚਿੱਤਰ ਸਿੰਘ ਤਿਆਰੀ ਕਰ ਲੱਗਾ। ਪਾਤਸ਼ਾਹ ਨੇ ਨਾਗਣੀ ਵਰਸ਼ਾ ਦਿੱਤਾ ਤੇ ਸਰਦਾਰ ਬਚਿੱਤਰ ਸਿੰਘ ਨੂੰ ਪਤਾ ਹੈ ਵੀ ਹਾਥੀ ਦੇ ਕਿੱਥੇ ਕਿੱਥੇ ਵਾਰ ਕੀਤਾ ਜਾਵੇ ਤੇ ਹਾਥੀ ਮੈਦਾਨੇ ਜੰਗ ਠਹਿਰਦਾ ਨਹੀਂ। ਇੱਕ ਤੇ ਉਹਦਾ ਮੱਥੇ ਵਿਚਕਾਰ ਦਿਮਾਗ ਹੈ, ਇਹਦੇ ਉੱਤੇ ਵਾਰ ਹੋਵੇ ਤੇ ਹਾਥੀ ਨਹੀਂ ਠਹਿਰਦਾ। ਇੱਕ ਉਹਦਾ ਦੋਹਾਂ ਲੱਤਾਂ ਦੇ ਵਿਚਕਾਰ ਹਾਰਟ ਹੈ, ਉਹਦਾ ਦਿਲ ਹੈ, ਉੱਥੇ ਵੀ ਵਾਰ ਕਰੀਏ ਤਾਂ ਵੀ ਮੈਦਾਨੇ ਜੰਗ ਹਾਥੀ ਨਹੀਂ ਠਹਿਰਦਾ। ਤੇ ਤੀਸਰਾ ਪੂਛ ਦੇ ਕੋਲ ਸਪੈਨਲ ਕੋਡ ਰੀੜ੍ਹ ਦੀ ਹੱਡੀ ਉੱਤੇ ਵਾਰ ਕੀਤਾ ਜਾਵੇ ਤੇ ਮੈਦਾਨੇ ਜੰਗ ਤਾਂ ਵੀ ਹਾਥੀ ਨਹੀਂ ਠਹਿਰਦਾ। ਤਰਕਵਾਦੀ ਬੜਾ ਕੁਝ ਕਹਿੰਦੇ ਨੇ, ਮੈਂ ਸਾਇੰਟੀਫਿਕ ਤਰੀਕੇ ਨਾਲ ਇਸ਼ਾਰਾ ਕਰਕੇ ਤੇ ਵਾਰ ਟਿਕਾ ਦੇਣੀ ਹੈ ਵੀ ਇਹਦਾ ਰਿਜ਼ਲਟ ਕੀ ਨਿਕਲਦਾ ਹੈ। ਵੇਖੋ ਜਦੋਂ ਹਾਥੀ ਦੀ ਸਪੀਡ ਚੈੱਕ ਕੀਤੀ ਜਾਂਦੀ ਨਾ ਦੌੜਨ ਦੀ, ਤੇਜ਼ ਰਫ਼ਤਾਰ ਦੌੜਨ ਵਾਲਾ ਹਾਥੀ 1 ਘੰਟੇ ਦੇ ਵਿੱਚ 28 ਕਿਲੋਮੀਟਰ ਤੋਂ ਲੈ ਕੇ ਤੇ 32 ਕਿਲੋਮੀਟਰ ਪ੍ਰਤੀ ਆਵਰ ਕੱਢਦਾ ਹੈ। ਜਿਹੜੀ ਘੋੜੇ ਦੀ ਸਪੀਡ ਹੈ ਤੇਜ਼ ਰਫ਼ਤਾਰ ਉਹ 78 ਤੋਂ ਲੈ ਕੇ ਤੇ 84 ਕਿਲੋਮੀਟਰ 1 ਘੰਟੇ ਵਿੱਚ ਕੱਢਦਾ ਹੈ। ਜਿਹੜੇ ਜੈਵਲਿਨ ਥਰੋ ਕਰਦੇ, ਨੇਜ਼ਾ ਸੁੱਟਦੇ ਨੇ, ਤੁਹਾਡੇ ਚੋਂ ਕੋਈ ਸਪੋਰਟਸ ਵਾਲਾ ਬੈਠਾ ਹੋਵੇ ਉਹ ਚੰਗੀ ਤਰ੍ਹਾਂ ਜਾਣਦਾ ਹੋਵੇਗਾ ਨੇਜ਼ੇ ਦਾ ਜਦੋਂ ਪ੍ਰੈਸ਼ਰ ਬਣਾਇਆ ਜਾਂਦਾ ਤੇ ਸੁੱਟਿਆ ਜਾਂਦਾ ਨਾ, ਉਹ 1 ਘੰਟੇ ਵਿੱਚ ਉਹਦੀ 110 ਤੋਂ ਲੈ ਕੇ ਤੇ 120 ਪਾਉਂਡ ਪ੍ਰੈਸ਼ਰ ਹੁੰਦਾ ਹੈ। ਹਾਥੀ 29 ਤੇ, ਘੋੜਾ 84 ਤੇ, ਨੇਜ਼ਾ 120 ਤੇ ਮੱਥਾ ਕਿਉਂ ਨਹੀਂ ਪਾਟੇਗਾ। ਸਰਦਾਰ ਬਚਿੱਤਰ ਸਿੰਘ ਬਈ ਆਗਿਆ ਲੈ ਕੇ ਤੁਰ ਪਿਆ ਤੇ ਮਨ ਵਿੱਚ ਵਿਚਾਰਦਾ ਜਾਂਦਾ, ਮਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗਾ ਦੁਨੀਆ ਤੇ ਸੱਚਮੁੱਚ ਹੀ ਕੋਈ ਨਹੀਂ। ਹਕੀਕਤ ਕਹੀ ਸੀ ਭਾਈ ਬਚਿੱਤਰ ਸਿੰਘ ਨੇ। ਹਕੀਮ ਯੋਗੀ ਅੱਲਾ ਯਾਰ ਖਾਨ ਲਿਖਦਾ ਹੈ, ਉਹ ਕਹਿੰਦਾ ਇਨਸਾਫ करे जी में तो जमाना यकीन है, कहते गोविंद का सानी ही नहीं है, करतार की सौगंध नानक की कसम है, जितनी भी तारीफ हो गोविंद की वो कम है। किसी ने मेरे परदादा उस्ताद ज्ञानी सोहण सिंह सीतल साहब ने एक सवाल किया, ਕਹਿੰਦੇ ਸੀਤਲ ਸਾਹਿਬ ਜੇ ਤੁਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਗੁਣ ਲਿਖਣਾ ਹੋਵੇ ਤੇ ਕੀ ਲਿਖੋਗੇ। ਸੀਤਲ ਸਾਹਿਬ ਕਹਿੰਦੇ ਮੈਂ ਨਹੀਂ ਲਿਖ ਸਕਦਾ। ਕਹਿੰਦੇ ਕਿਉਂ, ਤੁਸੀਂ ਸਿੱਖ ਨਹੀਂ, ਵਿਦਵਾਨ ਨਹੀਂ, ਹਿਸਟੋਰੀਅਨ ਨਹੀਂ, ਫਿਲਾਸਫਰ ਨਹੀਂ, ਰਾਈਟਰ ਨਹੀਂ। ਉਹ ਕਹਿੰਦੇ ਮੈਂ ਸਾਰਾ ਕੁਝ ਹੋ ਸਕਦਾ ਹਾਂ ਪਰ ਮੇਰੀ ਕਲਮ ਵਿੱਚ ਇੰਨੀ ਔਕਾਤ ਨਹੀਂ ਕਿ ਮੈਂ ਗੁਰੂ ਗੋਬਿੰਦ ਸਿੰਘ ਦੇ ਗੁਣ ਲਿਖ ਸਕਾਂ। ਉਹ ਕਹਿੰਦਾ ਮੈਂ ਤੁਹਾਡੇ ਵਾਰੇ ਜਾਣਾ ਪਰ ਜੇ ਗੁਰੂ ਗੋਬਿੰਦ ਸਿੰਘ ਦੀ ਸਿਫਤ ਲਿਖਣੀ ਹੋਵੇ ਤੇ ਕੀ ਲਿਖੋਗੇ। ਫਿਰ ਉਹਨਾਂ ਨੇ ਚੰਦ ਸ਼ਬਦ ਲਿਖੇ ਜਿਨ੍ਹਾਂ ਨੂੰ ਕਬਿੱਤ ਕਹਿੰਦੇ। ਕਬਿੱਤ ਕੀ ਨੇ, ਕਿਵੇਂ ਪੜ੍ਹੇ ਜਾਂਦੇ ਨੇ, ਇਹਨਾਂ ਦੀ ਚਾਲ ਕੀ ਹੁੰਦੀ ਹੈ, ਮੈਂ ਚੰਦ ਸ਼ਬਦ ਕਹਿ ਕੇ ਤੇ ਵਾਰ ਟਿਕਾਉਣ ਲੱਗਾ ਹੈ। ਕਬਿੱਤ ਕਦੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਲਿਖਿਆ। ਉਹ ਕਹਿੰਦੇ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ, ਇਹਨੂੰ ਕਬਿੱਤ ਕਹਿੰਦੇ ਨੇ। ਤੇ ਕਬਿੱਤ ਲਿਖੇ ਕਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ। ਉਹ ਕਹਿੰਦੇ ਜੋਗੀ ਜਤੀ ब्रह्मचारी बड़े बड़े छतर तारी छतर की छाया कई कोसलो चलत है, बड़े बड़े राजन के दावत फिरत देश, बड़े बड़े राजन के द्राप को दलत है, मान से मही पौ दलीप कैसी छतर तारी, बड़ो अबे मान पुज दंड को करत है, दारा से दली सरदार योधन से मान तारी भोग भोग पूम अंत पूम में मिलत है। ते कबित लिखे सीतल साहब ने। ओ की लिख दे, ਉਹ ਕਹਿੰਦੇ ਬੋਲੀਆਂ ਨਾ ਮਾਰੋ ਲੋਕੋ ਪਿਆਰੇ ਜੀ ਦਾ ਨਾਮ ਲੈ ਕੇ ਪਿਆਰੇ ਜਿਹਾ ਦੱਸੋ ਹੋਰ ਹੈਗਾ ਹੈ ਜਹਾਨ ਵਿੱਚ। ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗਾ ਕੋਈ ਦੁਨੀਆ ਤੇ ਹੈ। ਕਿਸੇ ਨੇ ਆਖਿਆ ਕਿਉਂ, ਤੇ ਸੀਤਲ ਸਾਹਿਬ ਜਵਾਬ ਦਿੰਦੇ, ਉਹ ਕਹਿੰਦੇ ਬੋਲੀਆਂ ਨਾ ਮਾਰੋ ਲੋਕੋ ਪਿਆਰੇ ਜੀ ਦਾ ਨਾਮ ਲੈ ਕੇ ਪਿਆਰੇ ਜਿਹਾ ਹੋਰ ਦੱਸੋ ਹੈਗਾ ਹੈ ਜਹਾਨ ਵਿੱਚ। ਆਣ ਵਿੱਚ ਸ਼ਾਨ ਵਿੱਚ ਮਾਣ ਵਿੱਚ ਤਾਣ ਵਿੱਚ ਗਿਆਨ ਵਿੱਚ ਧਿਆਨ ਵਿੱਚ ਦੀਨ ਵਿੱਚ ਦਾਨ ਵਿੱਚ, ਸੁਖਣ ਨਿਭਾਣ ਵਿੱਚ ਧਰਮ ਕਮਾਣ ਵਿੱਚ, ਜ਼ੁਲਮ ਮਿਟਾਣ ਵਿੱਚ ਦੁੱਖੜੇ ਉਠਾਣ ਵਿੱਚ, ਵੱਡੇ ਵੱਡੇ ਮਾਨੀਆਂ ਦੇ ਮਾਣ ਵਾਲੇ ਮਾਣ ਤੋੜੇ, ਤੁਸੀਂ ਵੀ ਨਾ ਭੋਲਿਓ ਰਹੋ ਕਿਸੇ ਮਾਣ ਵਿੱਚ। ਉਹ ਕਹਿੰਦੇ ਉਸ ਦਾ ਨਿਸ਼ਾਨਾ ਅਸੀਂ ਉੱਕਿਆ ਨਾ ਡਿੱਠਾ ਕਦੇ, ਹੈਗਾ ਇਲਾਹੀ ਇਸ ਉਸ ਦੀ ਕਮਾਨ ਵਿੱਚ, ਜਿਉਂਦਿਆਂ ਨੂੰ ਮਾਰਦਾ ਏ ਮਾਰ ਕੇ ਜਿਵਾਲਦਾ ਏ, ਇਹ ਹੈ ਸਫਾਈ ਉਹਦੇ ਤੀਰ ਦੇ ਚਲਾਣ ਵਿੱਚ। ਆਵੇ ਜਾਂ ਮੈਦਾਨ ਵਿੱਚ ਕਾਣ ਲਾਹੇ ਆਣ ਵਿੱਚ, ਛੱਡਦਾ ਨਾ ਜਾਣ ਜਾਣ ਦੁਸ਼ਮਣਾਂ ਦੀ ਜਾਨ ਵਿੱਚ, ਹੱਥੋਂ ਪਲੱਥੇ ਵਾਲੇ ਹੱਥੋਂ ਹੱਥ ਦੱਸ ਦਿੰਦਾ, ਰੋਕੇ ਉਹਦਾ ਹੱਥ ਹੁੰਦਾ ਕੋਈ ਹੀ ਜਹਾਨ ਵਿੱਚ। ਕਹਿੰਦੇ ਉਹਨਾਂ ਦੀ ਤੇਗ ਬਾਰੇ ਸੁਣੋ, ਚਮਕਦੀ ਏ ਦਮਕਦੀ ਏ ਕੜਕਦੀ ਏ ਧੜਕਦੀ ਏ, ਬਿਜਲੀ ਦਾ ਤੇਜ਼ ਹੈ ਉਹਦੀ ਕਿਰਪਾਨ ਵਿੱਚ, ਇੱਥੇ ਉੱਥੇ ਜਿੱਥੇ ਕਿਤੇ ਆਰ ਪਾਰ ਵਾਰ ਉੱਤੇ ਵਾਰ ਹੁੰਦੇ ਕਈ ਇੱਕੇ ਆਣ ਵਿੱਚ, ਅਟਕਦਾ ਸੋ ਝਟਕਦਾ ਤੇ ਪੜਕਦਾ ਜ਼ਮੀਨ ਉੱਤੇ, ਫੜਕਦਾ ਨਾ ਧੜਕਦਾ ਜਾਂ ਕੜਕਦਾ ਮੈਦਾਨ ਵਿੱਚ, ਛੁੱਟਦੇ ਨੇ ਤੀਰ ਤਾਰੇ ਟੁੱਟਦੇ ਨੇ ਅੰਬਰਾਂ ਤੋਂ, ਤਿੜਕ ਤਿੜਕ ਚਿੰਗਿਆੜੇ ਉੜਦੇ ਜੋ ਦੁਕਾਨ ਵਿੱਚ। ਉਹ ਕਹਿੰਦੇ ਉਹਦੇ ਤੀਰ ਦੀ ਸਿੱਤ ਸੁਣੋ, ਫੌਜਾਂ ਦੇ ਨਿਸ਼ਾਨੇ ਉਹਦੇ ਬਾਣ ਦੇ ਨਿਸ਼ਾਨੇ ਉਹਦੇ, ਹੋਣ ਦੀ ਨਾ ਖਤਾ ਉਹਦੇ ਬਾਣਾਂ ਦੇ ਨਿਸ਼ਾਨ ਵਿੱਚ, ਜਿੱਤੇ ਉਹਦੇ ਤੀਰ ਜਾਣ ਸੀਨਿਆਂ ਨੂੰ ਚੀਰ ਜਾਣ, ਕਰ ਲੀਰੋ ਲੀਰ ਜਾਣ ਛੱਡਣ ਨਾ ਪ੍ਰਾਣ ਵਿੱਚ, ਆਣ ਵਾਲੇ ਆਣ ਛੱਡ ਆਣ ਉਹਦੀ ਮੰਨ ਲੈਂਦੇ, ਆਣ ਝੁਕਦੇ ਨੇ ਰਹਿੰਦੇ ਨਾ ਗਮਾਨ ਵਿੱਚ, ਵਲੀਆਂ ਚ ਵਲੀ ਪੂਰਾ ਯੋਧਿਆਂ ਚ ਯੋਧਾ ਮਾਹੀ, ਕਵੀਆਂ ਚ ਕਵੀ ਤੇ ਗਿਆਨੀ ਹੈ ਗਿਆਨ ਵਿੱਚ। ਉਹ ਕਹਿੰਦੇ ਮਾਰਦਾ ਏ ਤਾਰਦਾ ਏ ਸਾੜਦਾ ਏ ਠਾਰਦਾ ਏ, ਸਭ ਗੁਣ ਹੈ ਜੇ ਮੇਰੀ ਇੱਕੋ ਕੱਲੀ ਜਾਨ ਵਿੱਚ।
ਵੱਡੇ ਵੱਡੇ ਸਾਬਰਾਂ ਦੇ ਸਬਰ ਉਹਨੇ ਤੋੜ ਛੱਡੇ, ਵੱਧ ਗਿਆ ਸਾਰਿਆਂ ਤੋਂ ਬਚੜੇ ਕੁਹਾਣ ਵਿੱਚ। ਕਈ ਵਾਰੀ ਵਾਰ-ਵਾਰ ਇੱਕੇ ਵਾਰੇ ਚਾਰ ਵਾਰੇ ਕੀਤੀ ਨਹੀਂ ਉਹ ਢਿੱਲ ਜਾਣ ਆਪਣੀ ਵੀ ਲਾਣ ਵਿੱਚ। ਸੁੱਖ ਛੱਡੇ, ਪੁੱਤ ਛੱਡੇ, ਤਖਤ ਛੱਡੇ, ਬਖਤ ਛੱਡੇ, ਸਭ ਕੁਝ ਰੋੜ ਦਿੱਤਾ ਸਿੱਖੀ ਦੇ ਬਚਾਣ ਵਿੱਚ। ਉਹ ਕਹਿੰਦੇ ਪਾਪੀਆਂ ਨੂੰ ਮਾਰਦਾ, ਲਤਾੜਦਾ, ਪਛਾੜਦਾ, ਉਜਾੜਦਾ ਤੇ ਸਾੜਦਾ, ਵੰਗਾਰਦਾ ਮੈਦਾਨ ਵਿੱਚ। ਸੇਵਕਾਂ ਨੂੰ ਉਤਾਰਦਾ, ਉਬਾਰਦਾ, ਸਵਾਰਦਾ, ਪਿਆਰ ਦਾ ਪਿਚਕਾਰਦਾ, ਚਿਤਾਰਦਾ ਹਰ ਆਣ ਵਿੱਚ। ਤਾਰੇ ਸਾਰੇ ਸਿੱਖ ਤਾਰੇ, ਤਾਰੇ ਉਹਦੇ ਚਮਕਦੇ ਨੇ। ਆਪ ਚੰਦ ਚਮਕਦਾ ਸਿੱਖੀ ਅਸਮਾਨ ਵਿੱਚ। ਉਹ ਸੀਤਲ ਨਹੀਂ ਅਸੀਂ ਉਹਦੇ ਨਾਮ ਉਤੋਂ ਵਿਕੇ ਐਵੇਂ। ਦੱਸੋ ਦਸਮੇਤ ਜਿਹਾ ਕੌਣ ਹੈ ਜਹਾਨ ਵਿੱਚ। ਇਹ ਦੇਸ਼ ਦੇਸ਼ ਨਾ ਹੁੰਦਾ, ਇਹ ਦੇਸ਼ ਦੇਸ਼ ਨਾ ਹੁੰਦਾ ਜੇ ਪਿਤਾ ਦਸ਼ਮੇਸ਼ ਨਾ ਹੁੰਦਾ। ਮਹਾਰਾਜ ਨੇ ਆਖਿਆ ਬਚਿੱਤਰ ਸਿੰਘ ਇੱਕ ਕਿਲੇ ਦੀ ਫਸੀਲ ਤੇ ਸਿੱਖ ਖੜਾ ਹੋਵੇਗਾ, ਉਹ ਇਸ਼ਾਰਾ ਕਰੇਗਾ ਦਰਬਾਨ ਨੂੰ, ਹਾਥੀ ਨਜ਼ਦੀਕ ਆਵੇਗਾ, ਦਰਵਾਜ਼ਾ ਖੁੱਲ ਜਾਵੇਗਾ, ਤੁਹਾਨੂੰ ਕਵਰ ਕਰਨਗੇ ਸਾਹਿਬਜ਼ਾਦਾ ਅਜੀਤ ਸਿੰਘ, ਨਾਲ ਭਾਈ ਮੋਹਕਮ ਸਿੰਘ ਜਾਣਗੇ, ਨਾਲ ਤੁਹਾਡਾ ਸਕਾ ਪ੍ਰਾਤਾ ਭਾਈ ਉਦੇ ਸਿੰਘ ਜਾਵੇਗਾ। ਬਈ ਲਾ ਕੇ ਸੂਰਮਾ लेके नागनी बर्चा घोड़े ते सवार होके पहुंच गया नेड़े। सेख ने इशारा किया दरबार नूं, खुल गया दरवाजा, आ गया हाथी नेड़े। विद्वान सज्जन लिखदा है ओ कहंदा भी ओके आमो सामने दल दोवें जुटे, उते कोईयां छाननी कई मत्थे फुੱਟੇ, उते तीर जैर रत दे चिलियां तो छुट्टे, उते सी तड़ा तो लैके तड़ रह गए बुट्टे। सरदार बचिੱਤਰ ਸਿੰਘ ने लाई घोड़े नोडी छड्ड के सत श्री अकाल दा जकारा, हाथी दे मत्थे विच नागनी बरछा मारदा बड़ा भाई।
के उदय सिंह ने मगर घोड़ा छेड़ के और केसरी दे सिर नूं उतार। किंदर सिंह ने जकारा झट बोलता खुश होगी वेख सच्ची सरकार याद रहिंदियां योधिया तेरियां हाजिरां वरतियां जा। मेरे कोल 5 मिनट ਦਾ ਬਕਾਇਆ ਮੇਰਾ ਸਮਾਂ ਹੈ ਤੇ ਮੈਂ ਉਹਦੇ ਵਿੱਚ ਸਮਾਪਤੀ ਕਰਨ ਦਾ ਯਤਨ ਕਰਾਂ। ਸਰਦਾਰ ਬਚਿੱਤਰ ਸਿੰਘ ਨੇ ਨਾਗਣੀ ਵਰਸ਼ਾ ਹਾਥੀ ਦੇ ਮੱਥੇ ਵਿੱਚ ਮਾਰਿਆ, ਫਾਲੇ ਤੋਂ ਵੱਧ ਧਸ ਗਿਆ। ਚੀਕਾਂ ਮਾਰਦਾ ਜ਼ਖਮੀ ਹਾਥੀ ਪਛਾਣ ਨੂੰ ਭੱਜਿਆ। ਹਾਥੀ ਦੀ ਬਾਰੀ ਵਿੱਚੋਂ ਮਹਾਵਤ ਪੈਰਾਂ ਥੱਲੇ ਆ ਕੇ ਮਾਰਿਆ ਗਿਆ। ਅੱਧ ਤੋਂ ਵਧੇਰੇ ਫੌਜ ਰਾਜਿਆਂ ਦੀ ਹਾਥੀ ਦੇ ਪੈਰ ਥੱਲੇ ਆ ਕੇ ਮਾਰੀ ਗਈ। ਇਹੋ ਹੀ ਕਾਰਨ ਸਨ ਕਿ ਗੁਰੂ ਮਹਾਰਾਜਾ ਸਿੰਘਾਂ ਨੇ ਆਪਣੀ ਜੰਗ ਵਿੱਚ ਹਾਥੀ ਨਹੀਂ ਵਰਤੇ, ਕਿਉਂਕਿ ਜਦੋਂ ਹਾਥੀ ਡਰ ਕੇ ਜਾਂ ਜ਼ਖਮੀ ਹੋ ਕੇ ਪਿੱਛੇ ਭੱਜਦਾ ਹੈ ਉਹ ਆਪਣੀ ਫੌਜ ਦਾ ਵੱਧ ਨੁਕਸਾਨ ਕਰ ਜਾਂਦਾ ਹੈ। ਬੜੇ ਵੱਡੀ ਸੋਚ ਦੂਰਅੰਦੇਸ਼ੀ ਦੇ ਕਾਰਨ ਸਿੱਖਾਂ ਦੀਆਂ ਜੰਗਾਂ ਵਿੱਚ ਹਾਥੀ ਨਹੀਂ ਵਰਤੇ ਗਏ। ਖੈਰ, ਸਰਦਾਰ ਉਦੈ ਸਿੰਘ ਨੇ ਜਾ ਕੇ ਰਾਜੇ ਕੇਸਰੀ ਚੰਦ ਦਾ ਸਿਰ ਵੱਢਿਆ। ਭਾਈ ਮੋਹਕਮ ਸਿੰਘ ਨੇ ਵੀ ਹਾਥੀ ਤੇ ਵਾਰ ਕੀਤੇ। ਸਾਹਿਬਜ਼ਾਦਾ ਅਜੀਤ ਸਿੰਘ ਨੇ ਬੜੀ ਵੱਡੀ ਜੰਗ ਲੜੀ ਤੇ ਮਹਾਰਾਜ ਦੇ ਕੋਲ ਆ ਗਿਆ। ਪਾਤਸ਼ਾਹ ਨੇ ਆਖਿਆ, ਸਿੱਖੋ ਇਹੋ ਫਰਕ ਜੇ ਇੱਕ ਅੰਮ੍ਰਿਤਧਾਰੀ ਤੇ ਇੱਕ ਬੇਅਮਰਤੀਏ ਦਾ। ਮੈਂ ਬੇਨਤੀ ਕੀਤੀ ਇਸ ਨਾਲ ਵੀ ਇੱਕ ਸਿੱਖਿਆ ਹੁੰਦੀ ਅਖੀਰ ਤੇ ਜਾ ਕੇ ਲਾਸਟ ਤੇ ਵੀ ਇਸੇ ਪ੍ਰਸੰਗ ਤੋਂ ਕੀ ਸਿੱਖਿਆ। ਕੋਈ ਕਹਾਣੀ ਪੜ੍ਹਦੇ ਹੁੰਦੇ ਸਾਂ ਛੋਟੇ ਹੁੰਦੇ ਤੇ ਕੋਈ ਸਿੱਖਿਆ ਤੇ ਹੁੰਦੀ ਸੀ ਉਹਦੇ ਮਗਰ ਲਾਲਚ ਬੁਰੀ ਬਲਾ ਹੈ, ਕਰ ਭਲਾ ਹੋ ਭਲਾ, ਅੰਤ ਭਲੇ ਦਾ ਭਲਾ, ਕੁਝ ਕਾਰਨ ਹੁੰਦਾ। ਇਹਦੇ ਪਿੱਛੇ ਕੀ ਸਿੱਖਿਆ ਹੈ? ਮਹਾਰਾਜ ਨੇ ਆਖਿਆ, ਸਿੱਖੋ ਇੰਨਾ ਕੁ ਫਰਕ ਹੈ ਇੱਕ ਅੰਮ੍ਰਿਤਧਾਰੀ ਦਾ ਤੇ ਇੱਕ ਬੇਅਮਰਤੀਏ ਦਾ। ਦੋ ਸ਼ਬਦ ਮੈਂ ਵਰਤਣ ਲੱਗਾ, ਬੜੇ ਧਿਆਨ ਨਾਲ ਸਰਵਣ ਕਰਿਓ। ਬੇਅਮਰਤੀਆ ਮੌਤ ਕੋਲੋਂ ਡਰਦਾ ਹੈ ਤੇ ਅੰਮ੍ਰਿਤਧਾਰੀ ਕੋਲੋਂ ਮੌਤ ਡਰਦੀ ਹੈ। ਇੰਨਾ ਕੁ ਫਰਕ ਇੱਕ ਅੰਮ੍ਰਿਤਧਾਰੀ ਦਾ ਤੇ ਇੱਕ ਬੇਅਮਰਤੀਏ ਦਾ। ਅੱਜ ਤੇ ਅਸੀਂ ਅੰਮ੍ਰਿਤ ਵੀ ਵਾਧੂ ਜਿਹਾ ਕੀਤਾ ਭਈ ਆਜੋ ਤੁਹਾਨੂੰ ਕੰਗਾ ਵੀ ਫਰੀ, ਕੜਾ ਵੀ ਫਰੀ, ਕਸ਼ਹਿਰਾ ਵੀ ਫਰੀ, ਕਿਰਪਾਨ ਵੀ ਫਰੀ, ਸਾਰਾ ਕੁਝ ਹੀ ਫਰੀ ਦੇ ਦਿੱਤਾ। ਫਿਰ ਇਹਦੀ ਕੀਮਤ ਕੌਣ ਪਾਵੇਗਾ, ਇਹਦਾ ਮੁੱਲ ਕੌਣ ਪਾਵੇਗਾ? ਭਾਈ ਦਇਆ ਸਿੰਘ ਨੇ ਜਦੋਂ ਅੰਮ੍ਰਿਤ ਛਕਿਆ ਤੇ ਮਹਾਰਾਜ ਨੇ ਇੱਕ ਤਰਲਾ ਲਿਆ। ਪਾਤਸ਼ਾਹ ਕਹਿੰਦੇ, मोह बेनती पांचों आगे हम सेवक तुम सतगुर लागे, हम जाचक तुम दानी पारे, अमृत दाते पंज प्यारे, जिम तुम सियार ते सिंह भय हैं, अमृत छक अमर हवै गए हैं, तिम मम गरीब पर कृपा कीजै, खैर बहुल की दास को दीजै। ते महाराज नूं भाई दया सिंह आख्या, महाराज ने इदां अमृत नहीं मिलना, एडा सस्ता थोड़ा अमृत। कहा दया सिंह सिंह बन ना कठन है, हम सिंह बने सीस अपना कटाए कै। एडा सौखा नहीं अमृत मिलिया। महाराज सीस किया फीस सिंगण की रीस पाछे, आओ इस गली सीस तली पे टकाए कै, जैसे हम सी दिया सी ना उचारी कछू, खुशी खुशी हंसे खून अपना बहाए कै, पाशे तुम पौड़ दिया 5 सीस लिए पहले। एवें थोड़ा तुसी अमृत दे देता। पाछे तुम पौड़ दिया 5 सीस लिए पहले, हम पौड़ देंगे तो क्या दोगे गणाए कै। महाराज हम असी अमृत दवांगे ते की दोगे, दसो पंथ बदले की करोगे। ते गुरु गोबिंद सिंह महाराज फिर जवाब दिता, भाई दया सिंह मेरी एक बेनती सुनो। भाई दया सिंह आख्या, महाराज बोलो। सतगुरु कहते दाम तो ना दे सकूं। भाई दया सिंह इहदा मुੱਲ नहीं मैं दे सकदा। मेरे शरीर ते जिन्ने रोम ने इन्हें मैं जन्म लै लवां ते तां भी मैं इहदा मुੱਲ नहीं दे सकदा, पर भेटा मंजूर करो, इहदी मैं भेंट दे सकदा जे तुसीं स्वीकार कर लो ते। भाई दया सिंह आख्या, महाराज की भेंट दोगे? महाराज कहंदे दाम तो ना दे सकूं, बेटा मंजूर करो। सुनो दया सिंह, जो जो भेंट मैं चढ़ाऊंगा, पिता कटवा के जैसे खून की खिलाई होली, वैसी होली बेटों के खून की खिलाऊंगा। घर बार छोड़ फोड़ अपने कर्म आप, सरसा की नदी पे नदी खून की चलाऊंगा।
चलाऊंगा, शेरे कुर्बानियों के बांध कर सार संग, मौत की घोड़ी पे बेटे अपने बैठाऊंगा, दो चमकौर में कटाऊंगा कटार संग। भाई दया सिंह आ बेटा जी, दो चमकौर में कटाऊंगा कटार संग, दो सरहंद की दीवार में चिनाऊंगा, किसी तरफ माता होगी किसी तरफ पिता होगा किसी तरफ बेटे, कहीं मैलों को रुलाऊंगा, होए के अकेला फिर फिरूंगा मैं जंगलों में, छाड़ के पलंग सेजा कांटों की बिछाऊंगा, सिखों के समेत सरबंस सब भेंट किया, अब तो पिला दो अमृत सेवक कहलाऊंगा। महाराज ने आख्या भाई दया सिंह तुसी अमृत बदले 5 सेर दिते ने, गोबिंद राय वादा करदा गोबिंद सिंह सजा दियो, मैं इस अमृत नूं लैण बदले पूरा सरबंस पंथ दे लिखे ला दियांगा। बस सिक्ख्या फिर सिखो यो ही मिलती है भी अमृत धारी हो जाइए, कली गिनती नहीं वधाउणी आपां भी अमृत छक लिया, किरपाना पहन लिया, केस रख लै। कई बार असीं कहने जी अमृत छकन की की लोड़, मेरा ते मन ही बड़ा साफ है, मैं किहड़ा कदी किसी दा माड़ा कीता। ते सिखो गुरु गोबिंद सिंह ने की किसी दा माड़ा कीता सी कदे? जिन्हां ने पंजां प्यारिਆਂ दे अगे तरला लैके आख्या सी गोबिंद राय ना रह जावे, गोबिंद सिंह सजा दिओ। ये अमृत एवें वाधू ना समझा करो ते ना ही कली गिनती वधाउणी है, अरदास करो असीं भी, असीं कहण वाले भी ते सुनन वाले भी सारे अमृतधारी हो, अमृत दे झरने फुट सकन और साडे अंदर रहनी बहनी कहनी कथनी नितनेमी असी हो सकीए। गुरु कृपा करे सब नूं वाहिगुरू वाहिगुरू जपन दा बल बख्शिश करे। इतनी सेवा प्रवान करियो। तुसी बेअंत प्यार बेअंत असीसां भेजियां ने, तुहाडे सारिआं दी कदरदानी दा तहे दिलों धन्नवाद करदा है। मेरे तो बाद बहुत ही सत्कारयोग जथा भाई साहब भाई सुरजीत सिंह जी वारस साहब, बड़ा मान है कौम नूं उन्हां उत्ते। सच बोलना बड़ा औखा हुंदा पर वो स्टेजां ते सच बयान करदे ने। गुरु कृपा करे मैं ढाडी हाँ, मेरे नाल इस वेले ढाडी शब्द लगा होया, मेरी अपनी तो औकात कोई नहीं, मैं भी पिंडां विच तुरे फिरदे वर्गा ही हां, पर इस वेले मेरे नाल ढाडी शब्द लगा है। मैं अरदास करदा गुरु कृपा करे उस ढाडी शब्द की लाज पालना। भाई साहब भाई सुरजीत सिंह जी वारस साहब, जिन्हां दा कोई दिन पहला जन्म दिन भी लंघिया, वाहिगुरू उन्हां नूं तंदुरुस्ती दे, रोगता सच बोलण दा इसे तरह बल बख्शिश करना और समर्थ गुरु सिर हथ धरियो। वाहिगुरू कृपा करे आ जो तुसी समा हुण मैनूं दिता है, मेरे अपने चो 2 मिनट ते 2 मिनट तुहाडे। जसप्रीत कौर कनेडा चढ़दी कला लई 200 रुपया, काका गोबिंद सिंह चढ़दी कला वास्ते 100 रुपया, बीबी जी पोतरे की अरदास कराउंदे ने, एक भैन भणेवें की अरदास कराउंदी है। गुरप्रीत सिंह जी कहंदे भी कमाईआं विच बरकतां विच वाधा हो जावे, नहीं बोल उन्हां वल्लों बेअंत प्यार भेजा गया है। कैप्टन संपूर्ण सिंह चीमा साहिब, मलकीत सिंह चीमा जी, चरणजीत सिंह चीमा जी, मनप्रीत सिंह चीमा जी, उन्हां वालों बेअंत प्यार भेजा गया। बापू तेगा सिंह जी जागोवालिया, उन्हां वालों बेअंत प्यार है। एक बीबी जी पोतरे की दात मंगते हैं, कैप्टन साहब वालों 100 रुपया, भैन बच्चों की चढ़दी कला वास्ते 200 रुपया भेजते हैं, बीबी पोतरिਆਂ की दात वास्ते 100 रुपया भेजते हैं। सुखमनजीत सिंह जी मंड वो चढ़दी कला वास्ते 100 रुपया, हरमनदीप सिंह मंड चढ़दी कला वास्ते 100 रुपया, सरदार जसपाल सिंह जी फौजी साहब चढ़दी कला वास्ते 100 रुपया, सरदार जुगराज सिंह जी न्यूजीलैंड वाले उन्हां वल्लों बेअंत प्यार भेजा गया है। भाई सुरजीत सिंह जी वारस कहबे को शोभा नहीं देखा ही प्रवान, तुहाडे सामने हुण इतिहास दे विचों बहुत अलौकिक और लसानी पन्ने उन्हां साझे करने ने। मेरे तो वड्डे ने सत्कारयोग ने, अरदास करांगा गुरु हरगोबिंद साहिब कृपा करना, इस जथे दे सिर ते मेहर भरिया हथ रखण। उन्हां वल्लों 500 रुपया असीस रूपी भेजा गया है। वाहिगुरू कृपा करे सतगुरु उन्हां नूं तंदुरुस्ती दे, रोगता बख्शिश करे। हाँ जी जल्दी परिवार की तंदुरुस्ती वास्ते माता जी अरदास कराउंदे ने। गुरु कृपा करे साथी जो खब्बे हथ गा रहे हैं, मेरे पूजा पिता उस्ताद ज्ञानी मिल्खा सिंह मौजी साहब के सपुत्र भाई साहब भाई प्रभजोत सिंह जी MA सरियाली कला, सरंगी मास्टर साडे प्रोफैसर साहब जिन्हां कोलों असीं MA कीती है, सरदार सुखविंदर सिंह जी फतेहगढ़ सबरा, सरदार शाम सिंह अटारी जी दे पावन शहीदी स्थान फिरोजपुर तो, और ढाडी भाई निशान सिंह जी पारस नगर बू नेड़े हरीके, दास हम अवगुण परे एक गुण नाही, मनबीर सिंह MA अनोखे अमर शहीद, बाबा दीप सिंह दे पावन जन्म स्थान नगर पोवन साहब तो, भुल्लां मेरियां ना चितारियो, देयर इज नोबडी परफेक्ट इन दिस वर्ल्ड, ये दुनिया विच कोई पूरा ते है
है नहीं। पूरा प्रभ आराध्या पूरा जाका नाओ, नानक पूरा पाया पूरे के गुण गाओ, पूरा केवल परमात्मा है। अरदास करो जो दसवंध तुसी किरत कमाई चों दिता ना, 10 नौवां दी किरत कमाई चों ਇਹ ਸਾਡੇ ਕਿਸੇ ਚੰਗੇ ਥਾਂ ਤੇ ਲੱਗੇ ਸੀ, ਚੰਗੀਆਂ ਕਿਤਾਬਾਂ ਚੰਗੇ ਗ੍ਰੰਥ ਪੜ੍ਹ ਕੇ ਅਤੇ ਨਿਰੋਲ ਸੁੰਦਰ ਢਾਡੀ ਕਲਾ ਲੈ ਕੇ ਆਪ ਜੀ ਦੇ ਸਾਹਮਣੇ ਦੁਬਾਰਾ ਹਾਜ਼ਰ ਹੋ ਸਕੀਏ। ਸਮੁੱਚਾ ਅਰਦਾਸਾ ਕਰਨਾ ਹੈ, ਸਮਾਪਤੀ ਦੀ ਫਤਿਹ ਬੁਲਾਉਣੀ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ ਰੋਮ ਰੋਮ ਕਰਕੇ ਤਹਿ ਦਿਲੋਂ ਧੰਨਵਾਦ। ਭਾਈ ਮੱਸਾ ਸਿੰਘ ਆਸਟ੍ਰੇਲੀਆ ਵਿਖੇ ਸੇਵਾ ਕਰ ਰਹੇ ਨੇ ਕੌਮ ਦੀ, ਔਰ ਭਾਈ ਮੇਜਰ ਸਿੰਘ, ਸਾਰੀ ਮੈਨੇਜਮੈਂਟ ਕਮੇਟੀ, ਪ੍ਰਬੰਧਕ ਕਮੇਟੀ, ਬੀਬੀਆਂ ਬੱਚਿਆਂ ਬਜ਼ੁਰਗਾਂ ਦਾ ਤਹਿ ਦਿਲੋਂ ਧੰਨਵਾਦ। ਸਾਊਂਡ ਵਾਲੇ ਵੀਰ ਦਾ ਧੰਨਵਾਦ, ਬਹੁਤ ਸੋਹਣੀ ਸੈਟਿੰਗ ਕੀਤੀ ਹੈ। ਲਾਈਵ ਚੈਨਲਾਂ ਵਾਲਿਆਂ ਦਾ ਧੰਨਵਾਦ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ ਰੋਮ ਰੋਮ ਕਰਕੇ ਧੰਨਵਾਦ। ਆਓ ਸਮੁੱਚਾ ਅਰਦਾਸਾ ਤੇ ਸਮਾਪਤੀ ਦੀ ਫਤਿਹ। ਆਖੋ ਜੀ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸੀ ਭਾਈ ਮਨਵੀਰ ਸਿੰਘ ਜੀ ਪਊਵਿੰਡ, ਜਿਨ੍ਹਾਂ ਨੇ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗੁਰੰਥੀ ਮਹਾਨ ਸ਼ਹੀਦ ਭਾਈ ਮਨੀ ਸਿੰਘ ਜੀ ਦੇ ਸੁਪੁੱਤਰ ਭਾਈ ਬਚਿੱਤਰ ਸਿੰਘ ਜੀ ਦਾ ਹਾਥੀ ਨਾਲ ਮੁਕਾਬਲਾ ਸੁਣਾਇਆ, ਜੋ ਕਿ ਸੰਗਤਾਂ ਦੇ ਰੋਮ ਵਿੱਚ ਵਸਿਆ। ਹੁਣ ਕੌਮ ਦੇ ਮਹਾਨ ਢਾਡੀ ਭਾਈ ਸਰਜੀਤ ਸਿੰਘ ਜੀ ਵਾਰਸ ਜੋ ਕਿ ਸਾਡੇ ਕੋਲ ਪਹੁੰਚ ਗਏ ਨੇ। ਮੈਂ ਬੇਨਤੀ ਕਰਾਂਗਾ ਸੰਗਤ ਨੂੰ ਕਿ ਪ੍ਰਸ਼ਾਦਾ ਛਕ ਕੇ ਤੇ ਆ ਕੇ ਪੰਡਾਲ ਵਿੱਚ ਸਾਜੋ, ਕਿਉਂਕਿ ਉਹਨਾਂ ਨੇ ਉੱਠਣ ਨਹੀਂ ਜੇ ਦੇਣਾ। ਉਹਨਾਂ ਨੇ